ਵਾਹਿਗੁਰੂ 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 ਵਾਹਿਗੁਰੂ। ਪਨ ਪਨ ਕੜੀਐ ਕੜ ਕੜ ਭਜੈ, टा उसारै उसरे टाहै। सर पर सोखै भी पर पोखै, समरथ बेपरवाहै। परम भुलाने पए दीवाने, बिन भागा क्या पाइयै। गुरमुख ज्ञान डोरी प्रभ पकड़ी, जिन खिंचै तिन जाइयै। हर गुण गाए सदा रंग राते, बौड़ न पछोताइयै। पब्बा पब्बै भालै गुरमुख बूझै, तां निज घर वासा पाइयै। पब्बै पालै गुरमुख बूझै, तां निज घर वासा पाइयै। पब्बै पौ जल मार्ग विखड़ा, आस निरासा तरियै। गुर प्रसादी आपो चीनै, जीवत आयर इव मरियै। गुर प्रसादी आपो चीनै, इव जीवत इव मरियै। साध संगत जी, ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਹੋ ਕੇ ਸੁਰਤੀਆਂ ਜੋੜ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੱਖਣੀ ਓਂਕਾਰ ਬਾਣੀ ਹੈ ਜਿਹੜੀ, ਅਸੀਂ ਉਸ ਦਾ ਵਿਚਾਰ ਕਈ ਦਿਨਾਂ ਤੋਂ ਕਰ ਰਹੇ ਹਾਂ। ਸਾਧ ਸੰਗਤ ਜੀ, ਅੱਜ 41ਵੀਂ ਪੌੜੀ ਦਾ ਆਪਾਂ ਵਿਚਾਰ ਕਰਨਾ ਹੈ। ਇਸ ਦੇ ਵਿੱਚ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਹੈ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਔਰ ਉਸ ਰਸਤੇ 'ਤੇ ਚੱਲਣ ਦੀ ਵੀ ਕੋਸ਼ਿਸ਼ ਕਰਨੀ ਹੈ। ਹੋ ਸਕੇ ਤਾਂ ਚੱਲਣਾ ਹੀ ਹੈ, ਮੰਨ ਲੈਣਾ ਹੈ। ਜੋ ਗੁਰੂ ਮੱਤ ਸਾਨੂੰ ਬਖਸ਼ਿਸ਼ ਕਰ ਰਹੀ ਹੈ ਉਸ ਨੂੰ ਮੰਨ ਕੇ ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਕੋਸ਼ਿਸ਼ ਹੀ ਨਹੀਂ ਕਰਨੀ, ਉਹਨੂੰ ਕਰ ਲੈਣਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਭੰਨ ਭੰਨ ਕੜੀਐ ਕੜ ਕੜ ਭਜੈ, टा ਉਸਾਰੈ ਉਸਰੇ ਢਾਹੈ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਖਸ਼ਿਸ਼ ਕਰ ਰਹੇ ਆ, ਭਾਈ ਇਹ ਸੰਸਾਰ ਦਾ ਖੇਲ ਜਿਹੜਾ ਹੈ ਨਾ, ਉਹ ਪ੍ਰਮਾਤਮਾ ਨੇ ਕਿਸ ਤਰੀਕੇ ਨਾਲ ਚਲਾਇਆ ਹੈ ਕਿ ਗੁਰੂ ਸਾਹਿਬ ਕਹਿੰਦੇ ਆ, ਭੰਨ ਭੰਨ ਘੜੀ ਹੈ। ਇਹ ਸਾਡੀਆਂ ਰੂਹਾਂ, ਇਹ ਸਾਡੇ ਜਿਹੜੇ ਘੜੇ ਜਿਹੜੇ ਆ, ਸਾਡੀ ਦੇਹ ਜਿਹੜੀ ਹੈ, ਸਾਡਾ ਕਾਇਆ ਜਿਹੜੀ ਹੈ, ਸਾਡੀ ਸਰੀਰ ਜਿਹੜਾ ਹੈ, ਇਹ ਪ੍ਰਮਾਤਮਾ ਆਪਣੀ ਮਰਜ਼ੀ ਹੋਵੇ, ਜਦੋਂ ਉਸ ਦੀ ਮਰਜ਼ੀ ਹੋਵੇ ਉਦੋਂ ਇਹ ਭੰਨ ਦਿੰਦਾ, ਭੰਨ ਕੇ ਫਿਰ ਘੜ ਦਿੰਦਾ, ਫਿਰ ਬਣਾ ਦਿੰਦਾ, ਫਿਰ ਨਵੀਂ ਮੂਰਤ ਬਣਾ ਦਿੰਦਾ, ਨਵਾਂ ਸਰੂਪ ਬਣਾ ਦਿੰਦਾ, ਨਵੀਂ ਕਾਇਆ ਦੇ ਕੇ ਨਵਾਂ ਸਰੂਪ ਬਣਾ ਦਿੰਦਾ। ਪਰ ਗੁਰੂ ਸਾਹਿਬ ਕਹਿੰਦੇ ਆ, ਘੜ ਘੜ ਭੱਜੈ, ਇਹ ਘੜ ਘੜ ਕੇ ਘੜੇ ਹੋਏ ਜਿਹੜੇ ਆ ਨਾ, ਇਹਨਾਂ ਨੂੰ ਵੀ ਭੰਨ ਦਿੰਦਾ, ਤੋੜ ਦਿੰਦਾ, ਫਿਰ ਤੋੜ ਦਿੰਦਾ ਹੈ। ਭਾਵ ਸਾਡੀ ਇਹ ਕਾਇਆ ਦੀ ਜਿਹੜੀ ਹੈ ਨਾ ਵਿਵਸਥਾ, ਇਹਨੂੰ ਤੋੜ ਕੇ ਸਾਨੂੰ ਮ੍ਰਿਤੂ ਆ ਜਾਂਦੀ ਹੈ ਔਰ ਰੂਹ ਸਾਡੀ ਜਿਹੜੀ ਹੈ ਫਿਰ ਹੋਰ ਰਸਤੇ 'ਤੇ ਹੋਰ ਕਾਇਆ ਦੇ ਵਿੱਚ ਸ਼ਾਮਲ ਹੁੰਦੀ ਹੈ, ਹੋਰ ਕਾਇਆ ਦੇ ਵਿੱਚ ਪ੍ਰਮਾਤਮਾ ਘੜਦਾ ਉਸ ਨੂੰ। ਅਤੇ ਗੁਰੂ ਸਾਹਿਬ ਕਹਿੰਦੇ ਆ, ਉਸਾਰੈ, ਜਿਹੜੇ ਉਸਾਰੇ ਹੋਏ ਹੈ, ਜਿਹੜੀਆਂ ਰੂਹਾਂ ਕਾਮਯਾਬ ਹੈ ਇਸ ਟਾਈਮ ਚੱਲ ਰਹੀਆਂ ਸੰਸਾਰ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਆ ਕਿ ਉਹਨਾਂ ਨੂੰ ਜਦੋਂ ਮਰਜ਼ੀ ਹੁੰਦੀ ਹੈ ਉਸਰੇ ਹੋਇਆਂ ਨੂੰ ਉਹ ਆਪਣੀ ਮਰਜ਼ੀ ਨਾਲ ਢਾਹ ਦਿੰਦਾ। ਉਹ ਬੇਪਰਵਾਹ ਹੈ, ਉਹਨੂੰ ਕੋਈ ਲੈਣ ਦੇਣ ਨਹੀਂ ਕਿਸੇ ਨਾਲ। ਉਹ ਰੂਹਾਂ ਨੂੰ ਜਿਵੇਂ ਮਰਜ਼ੀ, ਜਦੋਂ ਮਰਜ਼ੀ, ਜਿਵੇਂ ਚਾਹਵੇ ਉਵੇਂ ਕਰਦਾ ਹੈ। ਢਾਹ ਵੀ ਦਿੰਦਾ, ਬਣਾ ਵੀ ਦਿੰਦਾ, ਭੰਨ ਵੀ ਦਿੰਦਾ, ਘੜ ਵੀ ਦਿੰਦਾ, ਸਭ ਕੁਛ ਕਰਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਸਰ ਪਰ ਸੋਖੈ ਭੀ ਪੋਖੈ, ਸਰ ਪਰ ਸੋਖੈ ਭੀ ਪਰ ਪੋਖੈ, ਸਮਰੱਥ ਬੇਪਰਵਾਹ ਹੈ। ਉਹ ਗੁਰੂ ਪਰਮ ਪਿਤਾ ਪਰਮਾਤਮਾ ਜਿਹੜਾ ਸਾਖਸ਼ਾਤ ਸ਼ਕਤੀ ਦੀ ਮੂਰਤ ਹੈ, ਸ਼ਕਤੀ ਹੈ, ਸਰਬ
ਕਲਾ ਭਰਪੂਰ ਸ਼ਕਤੀ ਹੈ, ਕਰਨ ਕਾਰਨ ਸਮਰੱਥ ਸ਼ਕਤੀ ਹੈ ਜਿਹੜੀ, ਉਹ ਕੀ ਕਹਿੰਦੇ ਆ ਕਿ ਵੀ ਜਿਹੜੇ ਭਰੇ ਹੋਏ ਹੈ, ਭਾਵ ਸਰੋਵਰ ਜਿਵੇਂ ਭਰਿਆ ਹੋਇਆ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਉਹ ਪ੍ਰਮਾਤਮਾ ਚਾਹਵੇ ਨਾ ਤੇ ਇੱਕ ਪਲ ਦੇ ਵਿੱਚ, ਇੱਕ ਛਿਨ ਦੇ ਵਿੱਚ ਉਸ ਨੂੰ ਖਾਲੀ ਕਰ ਦਿੰਦਾ ਹੈ। ਤੇ ਜੇ ਉਹ ਚਾਹਵੇ ਤੇ ਖਾਲੀ ਹੋਏ ਜਿਹੜੇ ਭਰੇ ਹੋਏ ਖਾਲੀ ਹੋਏ ਹੈ, ਜਿਹੜੇ ਖਾਲੀ ਹੋਏ ਹੈ ਉਹਨਾਂ ਨੂੰ ਵੀ ਭਰ ਦਿੰਦਾ ਹੈ। ਸਰੋਵਰ ਜਲ ਥਲ ਕਰ ਦਿੰਦਾ, ਮਤਲਬ ਖਾਲੀਆਂ ਨੂੰ ਵੀ ਭਰ ਦਿੰਦਾ ਹੈ। ਭੁੱਖ ਹੈ, ਸਮਰੱਥ ਬੇਪਰਵਾਹ ਹੈ, ਉਹ ਪਰਮਪਿਤਾ ਪਰਮਾਤਮਾ ਸਮਰੱਥ ਹੈ ਇਹ ਸਭ ਕੁਝ ਕਰਨ ਦੇ ਵਿੱਚ, ਉਹ ਬੇਪਰਵਾਹ ਵੀ ਹੈ। ਉਹਨੂੰ ਕੋਈ ਲੈਣ ਦੇਣ ਨਹੀਂ ਕਿਸੇ ਨਾਲ, ਕੋਈ ਲਗਾਵ ਨਹੀਂ ਹੈ। ਸਾਰਾ ਸੰਸਾਰ ਉਸ ਦੇ ਵਾਸਤੇ, ਸਾਰੀਆਂ ਰੂਹਾਂ ਉਸ ਦੇ ਵਾਸਤੇ ਇੱਕੋ ਜਿਹੀਆਂ ਹੀ ਹੈ। ਜੋ ਉਸ ਦੀ ਮਰਜ਼ੀ ਹੁੰਦੀ ਹੈ ਉਹ ਖੇਲ ਖੇਲਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਭਰਮ ਭੁਲਾਣੇ ਪਏ ਦੀਵਾਨੇ, ਬਿਨ ਭਾਗਾ ਕਿਆ ਪਾਈਐ, ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚੈ ਤਿਨ ਜਾਈਐ। ਹੁਣ ਸਤਿਗੁਰੂ ਬਖਸ਼ਿਸ਼ ਕਰ ਲਿਆ ਵੀ ਇਹ ਸੰਸਾਰ ਦੇ ਲੋਕ ਜਿਹੜੇ ਆ ਨਾ, ਇਹ ਜਿਹੜੀਆਂ ਰੂਹਾਂ ਪਰਮਾਤਮਾ ਨੇ ਬਣਾਈਆਂ, ਇਹ ਦੇਹ ਬਣਾ ਕੇ ਇਹਦੇ ਵਿੱਚ ਇਸ ਨੂੰ ਬਿਠਾਇਆ ਹੈ ਔਰ ਇਸ ਸੰਸਾਰ ਦੇ ਵਿੱਚ ਨਾਮ ਸਿਮਰਨ ਕਰਨ ਵਾਸਤੇ ਭੇਜਿਆ ਹੈ। ਕਹਿੰਦੇ ਵੀ ਇਹ ਲੋਕ ਕਈ ਜਿਹੜੇ ਆ ਨਾ, ਇਹਨਾਂ ਦੇ ਵਿੱਚੋਂ ਕਈ ਅਧਿਕਤਰ ਲੋਕ, ਕੋਈ ਵਿਰਲਾ ਹੀ ਪਰਮਾਤਮਾ ਦੀ ਭਗਤੀ ਕਰਦਾ ਹੈ, ਸਾਰੇ ਹੀ ਭਰਮ ਦੇ ਵਿੱਚ ਭੁੱਲੇ ਹੋਏ ਹੈ। ਕਹਿੰਦੇ ਵੀ ਕੀ ਭਰਮ ਭੁਲਾਣੇ ਭਏ ਦੀਵਾਨੇ ਹੋਏ ਵੀ ਹੈ ਤਾਂ ਮਸਤ, ਗੁਰਦੁਆਰੇ ਵੀ ਆਉਂਦੇ ਆ, ਮੰਦਰਾਂ 'ਚ ਟੱਲ ਵੀ ਖੜਕਾਉਂਦੇ ਆ, ਮਸੀਤਾਂ 'ਚ ਵੀ ਜਾਂਦੇ ਆ, ਹੋਰ ਥਾਵਾਂ 'ਤੇ ਵੀ ਭਗਤੀ ਵੀ ਕਰਦੇ ਆ, ਸਤਸੰਗ ਵੀ ਕਰਦੇ ਆ, ਗੱਲਾਂ ਵੀ ਕਰਦੇ ਆ, ਪਰਮਾਤਮਾ ਦੀਆਂ ਗੱਲਾਂ ਵੀ ਬਹੁਤ ਕਰਦੇ ਆ। ਪਰ ਗੁਰੂ ਸਾਹਿਬ ਕਹਿੰਦੇ ਆ ਹੈ ਦੀਵਾਨੇ ਹੀ ਇਹ ਪਰਮਾਤਮਾ ਨਾਲ ਮਿਲੇ ਹੋਏ ਨਹੀਂ ਹੈ, ਇਹ ਦੀਵਾਨੇ ਲੋਕ ਆ, ਮਸਤ ਲੋਕ ਹੈ, ਪਾਗਲ ਲੋਕ ਹੈ ਇਹ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹਨਾਂ ਨੂੰ ਇਹ ਗਿਆਨ ਨਹੀਂ ਹੈ। ਬਿਨ ਭਾਗਾਂ ਕਿਆ ਪਾਈਏ, ਯਾਨੀ ਭਾਗਾਂ ਬਿਨਾਂ, ਕਿਸਮਤ ਬਿਨਾਂ, ਪਰਮਾਤਮਾ ਦੀ ਕਿਰਪਾ ਬਿਨਾਂ ਕੁਛ ਨਹੀਂ ਪਾਇਆ ਜਾ ਸਕਦਾ। ਇਹਨਾਂ ਨੂੰ ਇਹ ਗਿਆਨ ਨਹੀਂ ਹੈ। ਬਸ ਇਹ ਆਪਣੀ ਮਸਤੀ ਨਾਲ ਆਪਣੇ ਮੱਥੇ ਟੇਕਦੇ ਆ ਗਏ, ਮੱਥੇ ਟੇਕ ਲਏ, ਟੱਲ ਖੜਕਾਤੇ, ਵਾਹਿਗੁਰੂ ਵਾਹਿਗੁਰੂ ਕਰ ਲਿਆ, ਰਾਮ ਰਾਮ ਕਰ ਲਿਆ, ਹਰੀ ਹਰੀ ਕਰ ਲਿਆ, ਜੋ ਇਹਨਾਂ ਦੇ ਮੁੱਖ 'ਚ ਆਇਆ, ਸਤਸੰਗ ਜਿਹੜੀ ਮਰਜ਼ੀ, ਕੋਈ ਪਤਾ ਨਹੀਂ, ਇਹਨਾਂ ਨੂੰ ਕੋਈ ਲੈਣ ਦੇਣ ਨਹੀਂ। ਇਹ ਦੀਵਾਨੇ ਆ ਲੋਕ। ਪਰ ਗੁਰੂ ਸਾਹਿਬ ਕੀ ਕਹਿੰਦੇ ਆ, ਗੁਰਮੁਖ ਗਿਆਨ, ਜਿਹੜੀ ਰੂਹ ਗੁਰਮੁਖ ਹੋ ਗਈ ਹੈ, ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਤੇ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਡੋਰੀ ਜਿਹੜੀ ਹੈ ਨਾ, ਸਾਡੀ ਰੂਹ ਦੀ ਡੋਰੀ ਜਿਹੜੀ ਹੈ ਉਹ ਪਰਮਾਤਮਾ ਦੇ ਹੱਥ ਪਕੜੀ ਹੋਈ ਹੈ। ਤੇ ਜਿੱਧਰ ਨੂੰ ਉਹ ਖਿੱਚੇ, ਜਿੱਧਰ ਨੂੰ ਉਹ ਲੈ ਕੇ ਜਾਵੇ, ਉਹ ਰੂਹ ਉਸੇ ਪਾਸੇ ਨੂੰ ਜਾਂਦੀ ਹੈ ਜਿੱਧਰ ਨੂੰ ਪਰਮਾਤਮਾ ਚਾਹਵੇ। ਜਿੱਧਰ ਨੂੰ ਡੋਰੀ ਫੜ ਕੇ ਪਰਮਾਤਮਾ ਖਿੱਚਦਾ, ਰੂਹ ਉਸੇ ਵੱਲ ਨੂੰ ਜਾਂਦੀ ਹੈ। ਜਿਵੇਂ ਪਤੰਗ ਦਾ ਕੋਈ ਚਲਾਉਣ ਵਾਲਾ ਜਦੋਂ ਪਤੰਗ ਉਡਾਉਂਦਾ ਨਾ ਤੇ ਡੋਰੀ ਖਿੱਚਦਾ, ਤੇ ਪਤੰਗ ਕਦੇ ਗੋਤੇ ਖਾਂਦੀ ਹੈ, ਕਦੇ ਕਿੱਧਰ ਨੂੰ ਜਾਂਦੀ ਹੈ, ਕਦੇ ਉੱਤੇ ਜਾਂਦੀ ਹੈ। ਇਸ ਤਰ੍ਹਾਂ ਹੀ ਪਰਮਾਤਮਾ ਸਾਡੀ ਰੂਹ ਨਾਲ ਵੀ ਖੇਲ ਖੇਲਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਹੈ, ਹਰ ਗੁਣ ਗਾਏ ਸਦਾ ਰੰਗ ਰਾਤੇ, ਬੌੜ ਨਾ ਪਛੋਤਾਈਐ। ਇਹੀ ਰੂਹ ਜਦੋਂ ਪਰਮਾਤਮਾ ਦੀ ਸ਼ਰਨ ਲੱਗ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੈ, ਵਾਹਿਗੁਰੂ ਵਾਹਿਗੁਰੂ, ਗੁਰੂ ਤੋਂ ਲੈ ਕੇ ਰਾਮ ਰਾਮ ਮੁਖ 'ਚੋਂ ਵਾਹਿਗੁਰੂ ਵਾਹਿਗੁਰੂ, ਜੋ ਵੀ ਨਾਮ ਉਸਨੇ ਗੁਰੂ ਤੋਂ, ਕਿਸੇ ਵੀ ਗੁਰੂ ਤੋਂ, ਕਿਸੇ ਵੀ ਆਪਣੇ ਗੁਰੂ ਪੀਰ ਤੋਂ, ਜੇ ਅਸੀਂ ਕਹਿ ਦਈਏ ਕਿਸੇ ਵੀ ਮੁਰਸ਼ਿਦ ਤੋਂ, ਜੋ ਨਾਮ ਉਸਨੇ ਲਿਆ, ਜਦੋਂ ਉਹ ਨਾਮ ਸਿਮਰਨ ਕਰਦਾ ਹੈ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਉਹ ਰੰਗ ਦੇ ਵਿੱਚ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਔਰ ਹਮੇਸ਼ਾ ਨਾਮ ਸਿਮਰਨ ਕਰਦਾ ਹੋਇਆ ਉਹ ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦੇ ਰੰਗ 'ਚ ਰੰਗਿਆ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਬੌੜ ਨਾ ਪਛੋਤਾਈਐ। ਫਿਰ ਇਹ ਰੂਹ ਕਦੇ ਪਛਤਾਉਂਦੀ ਨਹੀਂ ਹੈ। ਜਦੋਂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ ਨਾ, ਪਰਮਾਤਮਾ ਇਸ 'ਤੇ ਕਿਰਪਾ ਕਰਦਾ ਔਰ ਪਰਮਾਤਮਾ ਦੇ ਹਮੇਸ਼ਾ ਇਹ ਅੰਗ ਸੰਗ ਰਹਿੰਦੀ ਹੈ ਔਰ ਪਰਮਾਤਮਾ ਇਸ ਦੇ ਅੰਗ ਸੰਗ ਰਹਿੰਦਾ। ਪਰਮਾਤਮਾ ਇਸ ਨੂੰ ਆਪਣੀ ਨਿਗਾਹ ਦੇ ਵਿੱਚ, ਆਪਣੀ ਸਵੱਲੀ ਨਿਗਾਹ ਕਰਕੇ ਇਸ ਨੂੰ ਹਰ ਬਖਸ਼ਿਸ਼ ਕਰਦਾ ਹੈ, ਹਰ ਖੁਸ਼ੀਆਂ ਦਿੰਦਾ ਹੈ, ਹਰ ਪਦਾਰਥ ਦਿੰਦਾ ਹੈ, ਹਰ ਲੋੜ ਜੋ ਹੈ ਇਸ ਦੀ ਪੂਰੀ ਕਰਦਾ। ਗੁਰੂ ਸਾਹਿਬ ਇਹ ਕਹਿੰਦੇ ਆ ਫਿਰ ਇਹਨੂੰ ਪਛਤਾਉਣਾ ਨਹੀਂ ਪੈਂਦਾ ਗਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਭੱਬੇ ਭਾਲੈ ਗੁਰਮੁਖ ਬੂਝੈ, ਤਾਂ ਨਿਜ ਕਰ ਵਾਸਾ ਪਾਈਐ। ਭੱਬੇ ਅੱਖਰ ਨੂੰ ਲੈ ਕੇ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਮੁਖ ਜਿਹੜਾ ਜਦੋਂ ਇਹ ਪਰਮਾਤਮਾ ਨੂੰ ਭਾਲਦਾ ਹੈ, ਮਤਲਬ ਪਰਮਾਤਮਾ ਨੂੰ ਜਗਿਆਸਾ ਕਰਦਾ ਮਨ ਦੇ ਅੰਦਰ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਮੈਂ ਪਰਮਾਤਮਾ ਦੇ ਦਰਸ਼ਦਾਰੇ ਕਰਨਾ ਚਾਹੁੰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੀ ਰੂਹ ਗੁਰਮੁਖ ਹੋ ਜਾਂਦੀ ਹੈ, ਭਾਵ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਲੱਗ ਜਾਂਦੀ ਹੈ, ਪਰਮਾਤਮਾ ਦੀ ਹਰ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੰਦੀ ਹੈ, ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਗੁਰੂ ਗੁਰੂ ਕਰਦੀ ਹੋਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਵ ਜੋੜ ਲੈਂਦੀ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਉਹ ਬੁੱਝ ਜਾਂਦੀ ਹੈ ਪਰਮਾਤਮਾ ਦੇ ਭੇਦ ਨੂੰ। ਤੇ ਫਿਰ ਕੀ ਹੁੰਦਾ ਹੈ ਕਿ ਨਿਜ ਘਰ ਵਾਸਾ ਪਾਈ ਹੈ,
ਭਾਵ ਉਹ ਰੂਹ ਦਾ ਅਖੀਰ ਪਰਮਾਤਮਾ ਦੀ ਕਿਰਪਾ ਨਾਲ ਐਸੀ ਅਵਸਥਾ ਬਣਦੀ ਹੈ ਕਿ ਉਹ ਰੂਹ ਜਿਹੜੀ ਹੈ ਨਿਜ ਘਰ ਦੇ ਵਿੱਚ, ਭਾਵ ਪਰਮਾਤਮਾ ਦੇ ਸੱਚਖੰਡ ਦੇ ਵਿੱਚ, ਜਿੱਥੋਂ ਇਹ ਰੂਹ ਪਰਮਾਤਮਾ ਕੋਲੋਂ ਆਈ ਹੈ, ਪਰਮਾਤਮਾ ਨੇ ਆਪਣੀ ਜੋਤ ਦੇ ਵਿੱਚੋਂ ਇਸ ਰੂਹ ਦਾ ਵਿਛੋੜਾ ਕਰਕੇ ਇਸ ਨੂੰ ਮਾਤਲੋਕ ਦੇ ਵਿੱਚ ਭੇਜਿਆ। ਇਹ ਰੂਹ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਉੱਥੇ ਸਥਾਨ ਪ੍ਰਾਪਤ ਕਰਦੀ ਹੈ। ਉਸ ਨੂੰ ਇੱਥੇ ਬੈਠਣ ਦਾ ਆਸਣ ਮਿਲਦਾ ਹੈ, ਉੱਥੇ ਪਰਮਾਤਮਾ ਦੇ ਦਰਸ਼ਦਾਰੇ ਮਿਲਦੇ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਭੱਬੈ ਭਉ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ। ਕਹਿੰਦੇ ਵੀ ਇਹ ਨਾਮ ਸਿਮਰਨ ਕਰਦਿਆਂ ਹੋਇਆਂ ਵੀ ਇੱਕ ਐਸੀ ਅਵਸਥਾ ਇਸ ਰੂਹ ਦੀ ਬਣਨੀ ਚਾਹੀਦੀ ਹੈ ਕਿ ਭੱਬੇ ਅੱਖਰ ਨੂੰ ਲੈ ਕੇ ਕਹਿੰਦੇ ਕਿ ਭਉ ਜਲ ਜਿਹੜਾ ਹੈ ਨਾ, ਇਹ ਭਵ ਜਲ ਜਿਹੜਾ ਹੈ ਨਾ, ਦੁੱਖਾਂ ਦਾ ਸਾਗਰ ਹੈ ਸੰਸਾਰ ਜਿਹੜਾ, ਇਹ ਵਿਖੜਾ ਪੈਂਦਾ ਹੈ, ਬਹੁਤ ਔਖਾ ਹੈ, ਬਹੁਤ ਕਸ਼ਟਦਾਈ ਹੈ, ਬਹੁਤ ਇਸ ਦੇ ਵਿੱਚ ਤਸੀਹੇ ਮਿਲਦੇ ਆ, ਬੜਾ ਦੁਖੀ ਹੁੰਦਾ ਹੈ ਇਹ ਜੀਵ ਜਦੋਂ ਇਸ ਰਸਤੇ ਨੂੰ ਪਾਰ ਕਰਨਾ ਪੈਂਦਾ ਹੈ। ਅਤੇ ਫਿਰ ਕਿਵੇਂ ਗੁਰੂ ਸਾਹਿਬ ਕਹਿੰਦੇ ਕਰਨਾ ਕਿਵੇਂ ਹੈ? ਆਸ ਨਿਰਾਸਾ ਤਰੀਏ। ਇਸ ਸੰਸਾਰ ਤੋਂ ਆਪਣੀਆਂ ਸਾਰੀਆਂ ਆਸਾਂ ਖਤਮ ਕਰ ਦਿਓ ਅਤੇ ਫਿਰ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠ ਕੇ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਕਰੋਗੇ ਨਾ, ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਤ੍ਰਿਸ਼ਨਾ ਨਹੀਂ ਰਹਿਣੀ ਚਾਹੀਦੀ ਸੰਸਾਰ ਦੀ, ਪਦਾਰਥਾਂ ਦੀ, ਰਿਸ਼ਤਿਆਂ ਦੀ, ਨਾਤਿਆਂ ਦੀ, ਧਨ ਦੀ, ਮਾਇਆ ਦੀ, ਕੋਈ ਹੋਰ ਐਸ਼ੋ ਆਰਾਮ ਦੀ। ਸਭ ਪਰਮਾਤਮਾ 'ਤੇ ਛੱਡ ਦਿਓ ਆਸ ਜਿਹੜੀ ਆਪਣੀ, ਔਰ ਇਸ ਸੰਸਾਰ ਤੋਂ ਨਿਰਾਸ਼ ਹੋ ਕੇ ਸਿਰਫ ਪਰਮਪਿਤਾ ਪਰਮਾਤਮਾ 'ਤੇ ਟੇਕ ਰੱਖ ਲਓ। ਅਤੇ ਫਿਰ ਇਹ ਮਾਰਗ ਜਿਹੜਾ ਹੈ ਨਾ, ਗੁਰੂ ਸਾਹਿਬ ਕਹਿੰਦੇ ਆ ਭਾਈ, ਇਹ ਰੂਹ ਜਿਹੜੀ ਹੈ ਤਰ ਜਾਂਦੀ ਹੈ, ਭਾਵ ਪਾਰ ਹੋ ਜਾਂਦੀ ਹੈ। ਭਵ ਜਲ ਸਾਗਰ ਜਿਹੜਾ ਹੈ, ਇਹ ਰੂਹ ਇਸ ਤਰ੍ਹਾਂ ਨਾਲ ਪਾਰ ਹੁੰਦੀ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਗੁਰ ਪ੍ਰਸਾਦੀ ਆਪੋ ਚੀਨੈ ਜੀਵ ਤੇ ਆ ਇਵ ਮਰੀਐ। ਕਹਿੰਦੇ ਵੀ ਇਹ ਗੁਰੂ ਦੀ ਇਹ ਸਾਰਾ ਕਰਮ ਜਿੰਨਾ ਨਾ ਕਰਨਾ ਪਊਗਾ, ਆਸ ਨਿਰਾਸਾ ਵੀ ਹੋਣਾ, ਨਾਮ ਸਿਮਰਨ ਕਰਨਾ ਵੀ, ਨਾਮ ਗੁਰੂ ਤੋਂ ਲੈਣਾ ਵੀ, ਪਰਮਾਤਮਾ ਨਾਲ ਰੂਹ ਜੋੜਨੀ, ਸਿਮਰਨ ਕਰਨਾ, ਇਹ ਸਾਰਾ ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਆ ਗੁਰ ਪ੍ਰਸਾਦੀ ਆਪੋ ਚੀਨੈ। ਇਹ ਰੂਹ ਜਦੋਂ ਗੁਰੂ ਦੀ ਕਿਰਪਾ ਨਾਲ, ਆਪਣੇ ਜ਼ੋਰ ਨਾਲ ਨਹੀਂ ਹੈ, ਆਪਣੇ ਜ਼ੋਰ ਨਾਲ ਇਹਦੇ ਕੋਲ ਕੁਛ ਨਹੀਂ ਹੋਣਾਗਾ, ਕੁਛ ਨਹੀਂ ਇਹਦੇ ਹੱਥ। ਗੁਰੂ ਸਾਹਿਬ ਕਹਿੰਦੇ ਆ ਆਖਣ ਜੋਰ ਚੁਪੇ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਅਤੇ ਇਹੀ ਗੱਲ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਕਿ ਗੁਰੂ ਦੇ ਪ੍ਰਸਾਦ ਨਾਲ ਜਦੋਂ ਤੁਸੀਂ ਪਰਮਾਤਮਾ ਦੀ ਭਗਤੀ ਕਰੋਗੇ ਨਾ, ਆਪਣੇ ਆਪ ਨੂੰ ਚੀਨੋਗੇ, ਆਪਣੇ ਆਪ ਨੂੰ ਸਮਝੋਗੇ, ਆਪਣੇ ਆਪ ਨੂੰ ਖੋਜੋਗੇ ਕਿ ਮੇਰੇ ਅੰਦਰ ਪਰਮਾਤਮਾ ਕਿੱਥੇ ਹੈ, ਮੇਰੇ 'ਚ ਕੀ ਔਗਣ ਹੈ, ਮੈਨੂੰ ਕੀ ਗੁਣਾਂ ਦੀ ਲੋੜ ਹੈ, ਮੈਂ ਪਰਮਾਤਮਾ ਦਾ ਨਾਮ ਕਿੰਨਾ ਕੁ ਸਿਮਰਨ ਕਰਦਾ, ਮੈਂ ਕਿਸੇ ਨਾਲ ਕਿੰਨਾ ਕੁ ਧੋਖਾ ਕਰਦਾ, ਕਿੰਨੇ ਕੁ ਨਾਲ ਠੱਗੀ ਕਰਦਾ, ਕਿੰਨਿਆਂ ਕੁ ਦਾ ਮੈਂ ਮਤਲਬ ਬੁਰਾ ਕਰਦਾ, ਕਿੰਨਿਆਂ ਕੁ ਦਾ ਮੈਂ ਖਾ ਪੀ ਜਾਂਦਾ ਧੋਖੇ ਨਾਲ ਹੀ। ਇਹ ਜਦੋਂ ਆਪਣੇ ਆਪ ਨੂੰ ਤੁਸੀਂ ਸਮਝੋਗੇ ਨਾ, ਆਪਣੇ ਆਪ ਨੂੰ ਖੋਜੋਗੇ ਪਰਮਾਤਮਾ ਦੀ ਕਿਰਪਾ ਨਾਲ, ਫਿਰ ਪਰਮਾਤਮਾ ਤੁਹਾਨੂੰ ਸਮਝਾਏਗਾ। ਤੁਹਾਡੇ ਅੱਗੇ ਤੁਹਾਡੇ ਦ੍ਰਿਸ਼ ਆ ਜਾਂਦੇ ਆ ਵੀ ਮੈਂ ਫਲਾਣੇ ਵੇਲੇ ਫਲਾਣੇ ਨਾਲ ਆਹ ਮਾੜਾ ਕੰਮ ਕੀਤਾ ਸੀ, ਫਲਾਣੇ ਵੇਲੇ ਫਲਾਣੇ ਬੰਦੇ ਨੂੰ ਮੈਂ ਐਵੇਂ ਗਲਤ ਬੋਲਿਆ ਸੀ, ਫਲਾਣੇ ਬੰਦੇ ਨੂੰ ਮੈਂ ਮਾਰ ਦਿੱਤਾ ਸੀ। ਇਹ ਤੁਹਾਡੇ ਸਾਹਮਣੇ ਪਰਮਾਤਮਾ ਫਿਰ ਇੱਕ ਦ੍ਰਿਸ਼ ਲਿਆ ਦਿੰਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਜਦੋਂ ਇਸ ਤਰ੍ਹਾਂ ਦੇ ਨਾਲ ਆਪਾਂ ਚੀਨਿਆ ਜਾਂਦਾ ਹੈ ਨਾ, ਅਤੇ ਗੁਰੂ ਸਾਹਿਬ ਕਹਿੰਦੇ ਆ ਜੀਵਤਿਆਂ ਇਵ ਮਰ ਰਹੀਏ। ਫਿਰ ਤੁਸੀਂ ਉਸ ਰਸਤੇ ਨੂੰ ਛੱਡ ਕੇ ਮਰਨ ਵਾਲਾ ਰਸਤਾ ਅਪਣਾ ਲਓ ਕਿ ਜਿਵੇਂ ਮੁਰਦਾ ਜਿਹੜਾ ਹੁੰਦਾ ਹੈ ਨਾ, ਉਸ ਨੂੰ ਕੁਛ ਵੀ ਕਰੀ ਜਾਈਏ, ਅਸੀਂ ਸ਼ਿੰਗਾਰ ਕਰੀ ਜਾਈਏ, ਉਸ 'ਤੇ ਇਤਰ ਛਿੜਕੀ ਜਾਈਏ, ਉਸ ਨੂੰ ਅੱਗ ਲਾ ਦਈਏ, ਉਸ ਨੂੰ ਪਾਣੀ ਛਿੜਕ ਦਈਏ, ਉਸ ਨੂੰ ਕੁਛ ਵੀ ਕਰ ਦਈਏ, ਉਹ ਮੁਰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਅਤੇ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਜੀਂਦਿਆਂ ਜੀ ਐਸੀ ਅਵਸਥਾ ਬਣਾ ਲਓ ਕਿ ਜਿਵੇਂ ਮੁਰਦਾ ਜਿਹੜਾ ਹੈ ਨਾ, ਕੋਈ ਮਤਲਬ ਪ੍ਰਤੀਕਿਰਿਆ ਨਹੀਂ ਕਰਦਾ। ਇਸੇ ਤਰ੍ਹਾਂ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਵੀ ਸਿਰਫ ਪਰਮਾਤਮਾ ਨਾਲ ਸੁਰਤੀ ਜੋੜ ਕੇ ਸੰਸਾਰ ਦੇ ਵਿੱਚ ਕੋਈ ਖੇਲ ਨਹੀਂ ਖੇਲਣਾ, ਕੋਈ ਪ੍ਰਤੀਕਿਰਿਆ ਨਹੀਂ ਕਰਨੀ, ਕੋਈ ਕਿਸੇ ਨੂੰ ਮੰਦਾ ਨਹੀਂ ਬੋਲਣਾ, ਕੋਈ ਕਿਸੇ ਨਾਲ ਧੱਕਾ ਨਹੀਂ ਕਰਨਾ। ਆਪਣੇ ਆਪ ਨੂੰ ਮਰਿਆ ਸਮਝ ਲਓ ਕਿ ਅਸੀਂ ਕੁਛ ਨਹੀਂ ਕਰਨਾ, ਅਸੀਂ ਕੁਛ ਨਹੀਂ ਕਰ ਸਕਦੇ, ਸਾਡੇ ਕੋਲ ਕੋਈ ਜ਼ੋਰ ਨਹੀਂ ਹੈ, ਸਾਡੇ ਕੋਲ ਕੋਈ ਬਲ ਨਹੀਂ ਹੈ, ਸਾਡੇ ਕੋਲ ਕੋਈ ਸੂਝ ਨਹੀਂ ਹੈ, ਸਾਡੇ ਕੋਲ ਕੋਈ ਗਿਆਨ ਨਹੀਂ ਹੈ। ਅਸੀਂ ਸਿਰਫ ਹੈ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਹਾਂ, ਜਿਵੇਂ ਤੂੰ ਕਰੇ ਉਵੇਂ ਅਸੀਂ ਰਾਜੀ ਹਾਂ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਪ੍ਰਸਾਦ ਦੀ ਕਿਰਪਾ ਹੁੰਦੀ ਹੈ, ਤੁਹਾਨੂੰ ਪਰਮਪਿਤਾ ਪਰਮਾਤਮਾ ਦਾ ਮਿਲਨ ਹੋ ਜਾਂਦਾ ਹੈ। ਹੁਣ ਅਗਲਾ ਬੰਦ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੈ, ਇਸ ਦੇ ਵਿੱਚ ਕੀ ਕਰਦੇ ਹੈ? ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ, ਹੰਸ ਚਲਾਏ ਉਠ ਡੂਮਨੋ, ਮਾਇਆ ਭੂਲੀ ਆਥ। ਮਨ ਝੂਠਾ ਜਮ ਜੋਹਿਆ, ਅਵਗੁਣ ਚੱਲੈ ਨਾਲ, ਮਨ ਮੈਂ ਮਨ ਉਲਟੋ ਮਰੈ।
जे गुण होवै नाल, मेरी मेरी कर मुए बिन नावै दुख पाल। गढ़ मंदर महला कहा जो बाजी दीवान, नानक सच्चे नाम बिन झूठा आवण जान। आपे चतुर वाहिगुरु वाहिगुरु आपे चतुर स्वरूप है, आपे जान सुजान। आपे चतुर स्वरूप है, आपे आवण जान। ਹੁਣ ਇਸ ਬੰਦ ਦੇ ਵਿੱਚ ਗੁਰੂ ਸਾਹਿਬ ਫਿਰ ਸਾਨੂੰ ਸਮਝਾਉਂਦੇ ਆ, ਕਿਉਂਕਿ ਗੁਰਬਾਣੀ ਜਿੰਨੀ ਵੀ ਲਿਖੀ ਆ ਉਹ ਸਾਡੇ ਰੂਹ ਨੂੰ ਸਮਝਾਉਣ ਵਾਸਤੇ ਹੈ, ਸਾਡੇ ਮਨ ਨੂੰ ਸਮਝਾਉਣ ਵਾਸਤੇ ਹੈ। ਸੱਚ ਦਾ ਰਸਤਾ ਕੀ ਹੈ ਗੁਰਮੁਖ ਪਿਆਰਿਆ? ਸੱਚ ਦੇ ਰਸਤੇ 'ਤੇ ਚੱਲ, ਨਾਮ ਸਿਮਰਨ ਕਰ, ਤੇਰਾ ਕਲਿਆਣ ਹੋ ਜਾਏਗਾ। ਤੇਰਾ ਆਵਾਗਮਨ 84 ਲੱਖ ਜੂਨੀਆਂ ਦੇ ਜਿਹੜਾ ਉਹ ਕੱਟਿਆ ਜਾਏਗਾ। ਗੁਰੂ ਸਾਹਿਬ ਸਾਰੀ ਦੀ ਸਾਰੀ ਗੁਰਬਾਣੀ ਇੱਕੋ ਓਂਕਾਰ ਤੋਂ ਲੈ ਕੇ 18 10 20 ਤੱਕ ਇਹੀ ਗੱਲ ਸਮਝਾਉਂਦੀ ਹੈ ਸਾਨੂੰ। ਪਰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਸੁਰਤੀ ਜੋੜ ਕੇ ਇਸ ਗੁਰਬਾਣੀ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਉਦੋਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਉਦੋਂ ਸਮਝਣ ਦੀ ਲੋੜ ਹੈ। ਆਪਣੇ ਆਪ ਨੂੰ ਸਮਰਪਿਤ ਕਰਕੇ, ਆਪਣੇ ਆਪ ਨੂੰ ਇਹ ਸਮਝ ਲਓ ਕਿ ਅਸੀਂ ਕੁਛ ਨਹੀਂ ਹਾਂ, ਆਪਣੇ ਆਪ ਨੂੰ ਗੁਰੂ ਨੂੰ ਸਮਰਪਣ ਕਰਕੇ ਚਰਨਾਂ ਦੇ ਵਿੱਚ ਲੁਭ ਜੋੜ ਕੇ ਗੁਰਬਾਣੀ ਜਦੋਂ ਸਰਵਣ ਕਰੋਗੇ ਨਾ, ਉਦੋਂ ਗੁਰਬਾਣੀ ਤੁਹਾਨੂੰ ਜਿਹੜੀ ਹੈ ਪਰਮਾਤਮਾ ਦੇ ਦੁਆਰੇ 'ਤੇ ਲੈ ਜਾਏਗੀ। ਇਹੀ ਗੁਰਬਾਣੀ, ਇਹ ਗੁਰਬਾਣੀ ਪਰਮਾਤਮਾ ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਤੇ ਗੁਰੂ ਸਾਹਿਬ ਕਹਿੰਦੇ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੋਇਆ ਹੈ, ਇਹ ਦੁੱਖ ਰੋਗ ਦਾ ਡੇਰਾ ਭੰਨਣਾ ਭਾਈ। ਇਹ ਗੁਰਬਾਣੀ ਨੇ ਦੁੱਖ ਰੋਗ ਦਾ ਡੇਰਾ ਭੰਨ ਦੇਣਾ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇਣੀ ਹੈ। ਇਹ ਬਾਣੀ ਸਿਰਫ ਪ੍ਰਮਾਤਮਾ ਦੀ ਗੁਰੂ ਸਾਹਿਬ ਨੇ ਇਸ ਵਾਸਤੇ ਬਣਾਈ ਹੈ ਕਿ ਆਨੰਦ ਕਰਨ ਇਹ ਨਰ ਨਾਰੀ ਜਿਹੜੇ ਸੰਸਾਰ ਦੇ ਲੋਕ ਹੈ, ਇਹ ਬਾਣੀ ਨੂੰ ਸਰਵਣ ਕਰਕੇ, ਬਾਣੀ ਨੂੰ ਸੁਣ ਕੇ, ਬਾਣੀ ਨੂੰ ਪੜ੍ਹ ਕੇ ਆਨੰਦ ਦੀ ਪ੍ਰਾਪਤੀ ਕਰਨ। ਔਰ ਅਖੀਰ ਪਰਮ ਪਿਤਾ ਪਰਮਾਤਮਾ ਦੇ ਦੁਆਰੇ 'ਤੇ ਇਹ ਗੁਰਬਾਣੀ ਜਿਹੜੀ ਹੈ ਸਾਡੀ ਰੂਹ ਨੂੰ ਲਿਜਾ ਕੇ ਪਰਮਾਤਮਾ ਦੇ ਦਰਸ਼ਨ ਕਰਾਉਂਦੀ ਹੈ। ਹੁਣ ਗੁਰੂ ਸਾਹਿਬ ਕੀ ਬਖਸ਼ਿਸ਼ ਕਰਦੇ ਆ? ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ। ਹੁਣ ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਵੀ ਇਹ ਸੰਸਾਰ ਦੇ ਲੋਕ ਜਿੰਨੇ ਵੀ ਹੈ ਨਾ, ਸਾਰੇ ਹੀ ਮਾਇਆ ਦੇ ਮਗਰ ਲੱਗੇ ਹੋਏ ਹੈ। ਜਿਹੜਾ ਵੀ ਕੋਈ ਕੰਮ ਕਰਦਾ ਹੈ, ਜਿਹੜਾ ਵੀ ਕੋਈ ਕਿਰਤ ਕਰਦਾ ਹੈ, ਜਿਹੜਾ ਵੀ ਕੋਈ ਕਿਰਤ ਕਰਨ ਦੇ ਯੋਗ ਹੈ, ਉਹ ਸਭ ਤੋਂ ਪਹਿਲਾਂ ਮਾਇਆ ਵੱਲ ਨੂੰ ਭੱਜਦਾ। ਹਾਏ ਮਾਇਆ ਇਕੱਠੀ ਕਰੋ, ਮਾਇਆ ਇਕੱਠੀ ਧਨ ਮੱਠੀ ਕਰੋ। ਮਾਇਆ ਕੀ ਹੈ? ਮਾਇਆ ਧਨ ਵੀ ਹੈ, ਮਾਇਆ ਪਰਿਵਾਰ ਵੀ ਹੈ, ਮਾਇਆ ਬੱਚੇ ਧੀਆਂ ਵੀ ਹੈ, ਮਾਇਆ ਪਦਾਰਥ ਵੀ ਹੈ, ਮਾਇਆ ਐਸ਼ ਆਰਾਮ ਦੇ ਪਦਾਰਥ ਵੀ ਹੈ। ਇਹ ਸਾਰੀ ਮਾਇਆ ਹੀ ਹੈ। ਅਤੇ ਮਾਇਆ ਐਸ਼ ਆਰਾਮ ਦੇ ਪਦਾਰਥਾਂ ਦੇ ਵਿੱਚ ਪਿੱਛੇ ਭੱਜਿਆ ਹੋਇਆ ਇਹ ਬੰਦਾ ਜਿਹੜਾ ਨੇ ਧਨ ਇਕੱਠਾ ਕਰਦਾ ਹੈ, ਫਿਰ ਪਾਪ ਕਰਮ ਵੀ ਕਰਦਾ ਹੈ, ਫਿਰ ਕੂੜ ਵੀ ਬੋਲਦਾ ਹੈ, ਫਿਰ ਧੱਕਾ ਵੀ ਕਰਦਾ ਹੈ, ਕਈ ਵਾਰੀ ਬੇਈਮਾਨੀ ਵੀ ਕਰ ਜਾਂਦਾ ਹੈ। ਕਈ ਵਾਰੀ ਐਸਾ ਹੁੰਦਾ ਕਿ ਬੰਦੇ ਨੂੰ ਐਸਾ ਬੁੱਧੂ ਬਣਾਉਂਦਾ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਕੀ ਹੋ ਗਿਆ। ਐਸੇ ਐਸੇ ਕਰਮ ਇਹ ਬੰਦਾ ਕਰਦਾ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਮਾਇਆ ਮਾਇਆ ਕਰਮ ਹੋਏ। ਇਹ ਮਾਇਆ ਤਾਂ ਇਕੱਠੀ ਕਰ ਲੈਂਦਾ, ਪਰ ਇਹਦਾ ਅੰਤਰਾਤਮਾ ਜਿਹੜਾ ਹੈ, ਰੂਹ ਜਿਹੜੀ ਹੈ, ਮਨ ਜਿਹੜਾ ਹੈ, ਇਹ ਮਰ ਜਾਂਦਾ। ਅਤੇ ਮਾਇਆ ਕਿਸੇ ਨਾਲ ਸਾਥ। ਫਿਰ ਇਹ ਮਾਇਆ ਇਕੱਠੀ ਕਰੀ ਹੋਈ ਜਿਹੜੀ ਹੈ ਨਾ, ਕਿਸੇ ਦਾ ਸਾਥ ਨਹੀਂ ਦਿੰਦੀ। ਬੰਦਾ ਸਾਹ ਨਿਕਲ ਜਾਂਦੇ ਆ, ਸਾਰੀ ਮਾਇਆ ਇੱਥੇ ਪਈ ਰਹਿ ਜਾਂਦੀ ਹੈ। ਅੰਬਾਨੀ ਅਡਾਨੀ ਵਰਗੇ ਵੀ ਜਿਹੜੇ ਹੈ ਨਾ, ਕਰੋੜਾਂ ਅਰਬਾਂ ਖਰਮਾਂ ਪਤੀ, ਇਹ ਸਾਰੀ ਇੱਥੇ ਧਰਤੀ ਛੱਡ ਜਾਂਦੇ ਆ। ਇੱਥੇ ਧਰਤੀ ਦੇ ਉੱਤੇ ਹੀ ਇਹ ਮਾਇਆ ਛੱਡ ਜਾਂਦੇ ਆ ਸਾਰਾ ਕੁਛ ਹੀ। ਔਰ ਫਿਰ ਪਤਾ ਨਹੀਂ ਕੌਣ ਕੌਣ, ਗੁਰੂ ਸਾਹਿਬ ਕਹਿੰਦੇ ਆ ਵੀ ਇਹ ਏਡੇ ਏਡੇ ਮਹਿਲ ਮਹਿਲ ਮਨਾਰੀਆਂ ਮਾੜੀਆਂ ਬਣੇ ਹੋਏ ਆ, ਅਤੇ ਇਹ ਸਾਰੇ ਛੱਡ ਕੇ ਚਲੇ ਜਾਂਦੇ ਆ। ਅਤੇ ਸੰਭਾਲਦੇ ਕੌਣ ਆ? ਪਿੱਛੋਂ ਕੋਈ ਹੋਰ ਹੀ ਸੰਭਾਲਦਾ। ਜਿਨ੍ਹਾਂ ਨੇ ਕਮਾਈ ਹੁੰਦੀ ਆ ਉਹ ਕਿਸੇ ਕੰਮ ਨਹੀਂ ਹੈ, ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਪਾਪ ਕਰਮ ਕਰਕੇ ਅਤੇ ਆਪਣੇ ਜੀਵਨ ਨੂੰ ਦੁੱਭਰ ਕਰ ਲਿਆ। ਅਤੇ ਕਮਾਈ ਜਦੋਂ ਜਿਹੜੀ ਸੀਗੀ, ਜਿਹੜਾ ਫਲ ਸੀ ਖਾਣ ਦਾ ਮੌਕਾ, ਉਦੋਂ ਉਹਨਾਂ ਦੀ ਮ੍ਰਿਤੂ ਹੋ ਗਈ। ਅਤੇ ਜਦੋਂ ਮ੍ਰਿਤੂ ਹੋ ਗਈ, ਅਤੇ ਅੱਗੇ ਜਾ ਕੇ ਜਮਾਂ ਦਾ ਤਸੀਹਾ ਜਿਹੜਾ, ਜਮਾਂ ਦੇ ਦੰਡ ਜਿਹੜੇ ਹੈ, ਜਮਾਂ ਦੀ ਸਜ਼ਾ ਜਿਹੜੀ ਹੈ, 84 ਲੱਖ ਜੂਨੀਆਂ ਦਾ ਭੋਗ ਜਿਹੜਾ ਇਸ ਰੂਹ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਧਰਮਰਾਜ ਇਸ ਨੂੰ ਵਹੀ ਦੇ ਹਿਸਾਬ ਨਾਲ, ਕਰਮਾਂ ਦੇ ਹਿਸਾਬ ਨਾਲ ਇਸ ਨੂੰ ਸਜ਼ਾ ਲਾ ਦਿੰਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਹੰਸ ਚਲੈ ਉੱਠ ਡੂਮਣਾ। ਇਹ ਹੰਸ ਜਿਹੜਾ ਸਾਡੀ ਰੂਹ ਜਿਹੜੀ ਹੈ ਨਾ, ਅਸੀਂ ਮਾਇਆ ਇਕੱਠੀ ਕਰਦਿਆਂ ਬਹੁਤ ਕੁਛ ਕੀਤਾ, ਪਰ ਅਖੀਰ ਦੇ ਉੱਤੇ ਆ ਕੇ ਇਹ ਹੰਸ ਜਿਹੜੀ ਰੂਹ ਜਿਹੜੀ ਹੈ ਸਾਡੀ ਨੇ, ਇਹ ਉੱਠ ਕੇ ਚਲੀ ਜਾਂਦੀ ਹੈ ਇਸ ਸੰਸਾਰ ਤੋਂ। ਔਰ ਪਰਮਾਤਮਾ ਦੇ ਹੁਕਮ ਨਾਲ ਇਹਦਾ ਹਿਸਾਬ ਕਿਤਾਬ ਜਿਹੜਾ ਜਮ ਦੁਆਰੇ 'ਤੇ ਹੁੰਦਾ, ਫਿਰ ਇਸ ਨੂੰ ਸਜ਼ਾ ਲੱਗਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਮਾਇਆ ਭੂਲੀ ਆਥ। ਇਹ ਮਾਇਆ ਤਾਂ ਜਿਹੜੀ ਇੱਥੇ ਇਕੱਠੀ ਕਰੀ ਸੀ ਨਾ, ਇਹ ਇੱਥੇ ਹੀ ਰਹਿ ਗਈ, ਇਹ ਤਾਂ ਇੱਥੇ ਹੀ ਭੁੱਲ ਗਈ ਇਹ ਰੂਹ, ਉਹ ਨਾਲ ਨਹੀਂ ਜਾਣੀ ਇਸ ਦੇ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਤਰ੍ਹਾਂ ਦੇ ਨਾਲ ਇਹ ਸਾਡੀ ਰੂਹ ਜਿਹੜੀ ਹੈ ਨਾ, ਇਕੱਲੀ ਉੱਠ ਕੇ ਇਸ ਸੰਸਾਰ ਤੋਂ ਧਰਮਰਾਜ ਦੇ ਦੁਆਰੇ 'ਤੇ ਜਾਂਦੀ ਹੈ। ਔਰ ਉੱਥੇ ਫਿਰ ਇਸ ਦਾ ਹਿਸਾਬ ਹੁੰਦਾ, ਔਰ ਉਸ ਨੂੰ ਜਿਹੜੀ ਹੈ ਸਜ਼ਾ ਕਰਮਾਂ ਦੇ ਮੁਤਾਬਕ ਜਿਹੜੀ ਹੈ
ਉਹ ਧਰਮ ਰਾਜ ਲਾਉਂਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਮਨ ਝੂਠਾ ਜਮ ਜੋਹਿਆ ਅਵਗੁਣ ਚੱਲੈ ਨਾਲ। ਜਿਹੜੀ ਰੂਹ ਝੂਠੀ ਹੁੰਦੀ ਹੈ, ਜਿਹੜਾ ਮਨ ਝੂਠਾ ਹੁੰਦਾ ਹੈ, ਜਿਹਨੇ ਝੂਠ ਕਰਮ ਕੀਤੇ ਹੁੰਦੇ ਆ, ਕੂੜ ਕੀਤਾ ਹੁੰਦਾ ਹੈ, ਪਾਪ ਕੀਤਾ ਹੁੰਦਾ ਹੈ, ਅਧਰਮ ਕੀਤਾ ਹੁੰਦਾ, ਠੱਗੀ ਮਾਰੀ ਹੁੰਦੀ ਹੈ, ਬੇਈਮਾਨੀ ਕੀਤੀ ਹੁੰਦੀ ਹੈ, ਧੱਕਾ ਕੀਤਾ ਹੁੰਦਾ ਕਿਸੇ ਨਾਲ, ਅਤੇ ਗੁਰੂ ਸਾਹਿਬ ਕਹਿੰਦੇ ਉਹ ਮਨ ਝੂਠਾ ਹੁੰਦਾ ਹੈ। ਅਤੇ ਉਹ ਮਨ ਨੂੰ ਜਦੋਂ ਜਮ ਲੈ ਕੇ ਜਾਂਦੇ ਆ ਨਾ, ਅਤੇ ਜਮ ਬੜਾ ਤਸੀਹੇ ਦਿੰਦੇ ਆ, ਦੁੱਖ ਦਿੰਦੇ ਆ, ਕਸ਼ਟ ਦਿੰਦੇ ਆ, ਤੱਤੇ ਸਰੀਏ ਲਾ ਦਿੰਦੇ ਆ, ਤੇਲ ਦੇ ਕੜਾਹਿਆਂ ਦੇ ਵਿੱਚ ਸਿੱਟ ਦਿੰਦੇ ਆ, ਥੰਮਾਂ ਦੇ ਨਾਲ, ਤੱਤੇ ਥੰਮਾਂ ਦੇ ਨਾਲ ਗਲ ਲਾ ਦਿੰਦੇ ਆ ਇਹਨਾਂ ਦੇ। ਤੋ ਇਸ ਤਰ੍ਹਾਂ ਕੀਮਾ ਕਰਕੇ ਬਹੁਤ ਅਵਸਥਾਵਾਂ ਜਿਹੜੀਆਂ ਸੰਸਾਰ ਦੇ ਵਿੱਚ ਸਾਨੂੰ ਸੰਤ ਪੁਰਸ਼ ਦੱਸਦੇ ਹੈ ਕਿ ਇਹ ਰੂਹ ਦੇ ਨਾਲ ਹੁੰਦੀਆਂ, ਇਹ ਰੂਹ ਭੋਗਦੀ ਹੈ। ਅਵਗੁਣ ਚੱਲੈ ਨਾਲ, ਤੇ ਇਸ ਰੂਹ ਦੇ ਨਾਲ ਜਿੰਨੇ ਵੀ ਇਹਨੇ ਅਵਗੁਣ ਕੀਤੇ ਹੁੰਦੇ ਆ, ਪਾਪ ਕਰਮ ਕੀਤੇ ਹੁੰਦੇ ਆ, ਜਿੰਨੇ ਵੀ ਕਸ਼ਟ ਲੋਕਾਂ ਨੂੰ ਦਿੱਤੇ ਹੁੰਦੇ ਆ, ਓਨੇ ਹੀ ਕਸ਼ਟ ਇਸ ਨੂੰ ਪ੍ਰਾਪਤ ਕਰਨੇ ਪੈਂਦੇ ਆ ਉੱਥੇ ਜਾ ਕੇ। ਅਵਗੁਣ ਚੱਲੈ ਨਾਲ, ਗੁਰੂ ਸਾਹਿਬ ਕਹਿੰਦੇ ਅਵਗੁਣ ਇਹਦੇ ਨਾਲ ਹੀ ਜਾਂਦੇ ਆ ਰੂਹ ਦੇ। ਹੁਣ ਕਹਿੰਦੇ ਆ, ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵਣ ਨਾਲ। ਕਹਿੰਦੇ ਵੀ ਜੇ ਗੁਣ ਹੋਣ ਇਸ ਰੂਹ ਕੋਲੇ, ਇਸ ਮਨ ਕੋਲੇ, ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਭਾਈ ਭਗਤੀ ਜਿਹੜੀ ਆ ਸਫਲ ਹੋ ਜਾਂਦੀ ਹੈ, ਪ੍ਰਮਾਤਮਾ ਇਸ 'ਤੇ ਖੁਸ਼ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਜਦੋਂ ਗੁਣ ਸਾਡੇ ਅੰਦਰ ਪੈਦਾ ਹੁੰਦੇ ਆ, ਭਗਤੀ ਉਦੋਂ ਹੀ ਹੁੰਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਮਨ ਜਿਹੜਾ ਹੈ ਨਾ, ਜਦੋਂ ਗੁਣ ਸਾਡੇ ਅੰਦਰ ਆ ਜਾਣ ਨਾ, ਅਤੇ ਮਨ ਵੀ ਸਾਡਾ ਜਿਹੜਾ ਸੰਸਾਰ ਦੇ ਵਿੱਚ ਭੱਜਦਾ ਫਿਰਦਾ ਹੈਗਾ, ਉਹ ਉਲਟਾ ਹੋ ਜਾਂਦਾ, ਉਲਟਾ ਮਰ ਜਾਂਦਾ, ਉਲਟਾ ਹੋ ਕੇ ਮਤਲਬ ਮਨ ਜਿਹੜਾ ਸਾਡਾ ਅੰਦਰਲੇ ਪਾਸੇ ਨੂੰ ਪਰਮਾਤਮਾ ਦੀ ਸ਼ਰਨ ਹੋ ਕੇ ਉਲਟਾ ਹੋ ਜਾਂਦਾ ਹੈ, ਔਰ ਉਲਟਾ ਹੋ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੀ ਮਰ ਜਾਂਦਾ। ਭਾਵ ਪਰਮਾਤਮਾ ਦੇ ਸਮਰਪਿਤ ਹੋ ਕੇ ਪਰਮਾਤਮਾ ਨੂੰ ਹੀ ਆਪਣਾ ਆਪ ਸੌਂਪ ਦਿੰਦਾ, ਮਰ ਜਾਂਦਾ, ਪਰਮਾਤਮਾ ਪਿੱਛੇ ਮਰ ਜਾਂਦਾ। ਜਿਵੇਂ ਕਹਿੰਦੇ ਨਾ, ਮੈਂ ਫਲਾਣੇ ਪਿੱਛੇ ਮਰ ਜਾਊਂਗਾ, ਅਤੇ ਇਹ ਰੂਹ ਕਹਿੰਦੀ ਹੈ ਮੈਂ ਪਰਮਾਤਮਾ ਪਿੱਛੇ ਮਰ ਜੂ। ਇਹ ਰੂਹ ਜਦੋਂ ਪਰਮਾਤਮਾ ਪਿੱਛੇ ਮਰਦੀ ਹੈ ਨਾ, ਤਾਂ ਉਦੋਂ ਮਨ ਸਾਡਾ ਜਿਹੜਾ ਉਲਟਾ ਹੋ ਜਾਂਦਾ ਹੈ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਹੁੰਦਾ ਕਿਵੇਂ ਹੈ? ਗੁਣਾਂ ਦੀ ਕਿਰਪਾ ਨਾਲ। ਜੇ ਸਾਡੇ ਅੰਦਰ ਗੁਣ ਹੈ ਅਤੇ ਫਿਰ ਐਸੀ ਬਖਸ਼ਿਸ਼ ਹੋਏਗੀ ਕਿ ਸਾਨੂੰ ਪਰਮਪਿਤਾ ਪਰਮਾਤਮਾ ਆਪਣੇ ਗਲ ਲਾ ਲਏਗਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਮੇਰੀ ਮੇਰੀ ਕਰ ਮੂਏ ਬਿਨ ਨਾਵੈ ਦੁੱਖ ਭਾਲ। ਕਹਿੰਦੇ ਵੀ ਸਾਰਾ ਸੰਸਾਰ ਦਾ ਇਹ ਰੀਤ ਹੈ, ਸਾਰੇ ਸੰਸਾਰ ਦੇ ਇਹ ਕਰਮ ਹੈ, ਸਾਰੇ ਸੰਸਾਰ ਦਾ ਇਹ ਜੀਵਨ ਦੇ ਵਿੱਚ ਇੱਕ ਐਸਾ ਵਿਧਾਨ ਬਣਿਆ ਹੋਇਆ ਹੈ ਕਿ ਗੁਰੂ ਸਾਹਿਬ ਕਹਿੰਦੇ ਸਾਰਾ ਸੰਸਾਰ ਹੀ ਮੇਰੀ ਮੇਰੀ ਕਰਦਾ ਹੈ। ਇਹ ਮੇਰੇ ਪੁੱਤਰ ਹੈ, ਇਹ ਮੇਰੀਆਂ ਧੀਆਂ ਹੈ, ਇਹ ਮੇਰੀ ਜ਼ਮੀਨ ਹੈ, ਇਹ ਮੇਰੀ ਜਾਇਦਾਦ ਹੈ, ਇਹ ਮੇਰਾ ਕਾਰਖਾਨਾ ਹੈ, ਇਹ ਮੇਰੀ ਫੈਕਟਰੀ ਹੈ, ਇਹ ਮੇਰੀ ਦੁਕਾਨ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਇਹ ਮੇਰਾ ਹੈ। ਇਹ ਇਸ ਤਰ੍ਹਾਂ ਮੇਰੇ ਮੇਰੇ ਕਰਦੇ ਗੁਰੂ ਸਾਹਿਬ ਕਹਿੰਦੇ ਹੈ ਬਈ ਸਾਰੇ ਹੀ ਮਰ ਗਏ, ਮੇਰੀ ਮੇਰੀ ਕਰਦੇ ਮਰ ਗਏ। ਬਿਨ ਨਾਮ ਹੈ, ਪਰ ਨਾਮ ਨਹੀਂ ਸਿਮਰਨ ਕੀਤਾ ਪਰਮਾਤਮਾ ਦੀ ਸ਼ਰਨ ਹੋ ਕੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਨਾਮ ਤੋਂ ਬਿਨਾਂ ਇਸ ਨੂੰ ਦੁੱਖ ਹੀ ਦੁੱਖ ਹੈ। ਇਹ ਰੂਹ ਨੂੰ ਗੁਰੂ ਸਾਹਿਬ ਕਹਿੰਦੇ ਆ ਭਾਈ ਦੁੱਖ ਹੈ, ਫਿਰ ਤਾਂ ਭਾਲ ਦੁੱਖ ਹੋਣਗੇ। ਜੋ ਵੀ ਭਾਲ ਕਰੇਗਾ ਨਾ ਤੂੰ ਗੁਣਾਂ ਦੀ, ਸੁੱਖਾਂ ਦੀ ਭਾਲ ਨਹੀਂ ਹੋਏਗੀ, ਦੁੱਖਾਂ ਦੀ ਭਾਲ ਹੋਏਗੀ, ਤੈਨੂੰ ਦੁੱਖ ਮਿਲਣਗੇ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਗੜ ਮੰਦਰ ਮਹਿਲਾ ਕਹਾਂ। ਕਹਿੰਦੇ ਵੀ ਜਿਹੜੇ ਤੂੰ ਗੜ ਬਣਾਏ ਸੀ, ਮੰਦਰ ਬਹੁਤ ਉੱਚੀਆਂ ਉੱਚੀਆਂ ਹਵੇਲੀਆਂ ਬਣਾਈਆਂ ਸੀ, ਮਹਿਲ ਬਣਾਏ ਸੀ, ਉਹ ਕਿੱਥੇ ਆ? ਕਹਿੰਦਾ ਜਦੋਂ ਰੂਹ ਇਹ ਉੱਠ ਚੱਲੀ ਇਸ ਸੰਸਾਰ ਨੂੰ ਛੱਡ ਕੇ ਪ੍ਰਮਾਤਮਾ ਦੇ ਦੁਆਰੇ, ਪ੍ਰਮਾਤਮਾ ਦੇ ਹੁਕਮ ਨਾਲ ਧਰਮਰਾਜ ਦੇ ਦੁਆਰੇ ਵੱਲ ਗਈ। ਪ੍ਰਮਾਤਮਾ ਦੇ ਦੁਆਰੇ ਵੱਲ ਤਾਂ ਇੱਕ ਭਗਤ ਰੂਹ ਜਿਹੜੀ ਹੈ, ਪ੍ਰਮਾਤਮਾ ਦੀ ਪਿਆਰੀ ਰੂਹ ਜਿਹੜੀ ਹੈ ਉਹ ਹੀ ਜਾਂਦੀ ਹੈ, ਗੁਰਮੁਖ ਰੂਹ ਜਾਂਦੀ ਹੈ, ਪਰ ਬਾਕੀ ਸਾਰਾ ਸੰਸਾਰ ਜਿਹੜਾ ਉਹ ਧਰਮਰਾਜ ਦੇ ਦੁਆਰੇ 'ਤੇ ਹੀ ਜਾਂਦਾ ਹੈ। ਅਤੇ ਫਿਰ ਉੱਥੇ ਪੁੱਛਦੇ ਆ, ਅਤੇ ਉਹ ਕਿੱਥੇ ਆ? ਉਹਦੇ ਕੁਛ ਹੈ ਨਹੀਂ, ਬੜਾ ਪਛਤਾਉਂਦਾ ਹੈ। ਕਹਿੰਦੇ ਜਿਉਂ ਬਾਜੀ ਦੀਵਾਨ। ਕਹਿੰਦੇ ਵੀ ਜਿਵੇਂ ਇਹ ਜਿਹੜੇ ਦੀਵਾਨ ਅਸੀਂ ਲਾਉਣੇ ਆ ਨਾ, ਅਤੇ ਅਸੀਂ ਉੱਥੇ ਮਤਲਬ ਬੜੇ ਖੇਲ ਕਰਦੇ ਹਾਂ। ਇਹ ਦੀਵਾਨ ਕਿੱਥੇ ਹੈ? ਉੱਥੇ ਪੁੱਛਿਆ ਜਾਂਦਾ ਵੀ ਉਹ ਭਾਈ ਹੁਣ ਤੇਰੇ ਕਿੱਧਰ ਗਏ? ਤੂੰ ਪ੍ਰਮਾਤਮਾ ਦਾ ਨਾਮ ਤਾਂ ਸਿਮਰਨ ਨਹੀਂ ਕੀਤਾ। ਅਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ, ਨਾਨਕ ਸੱਚੇ ਨਾਮ ਬਿਨ ਝੂਠਾ ਆਵਣ ਜਾਣ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਬਖਸ਼ਿਸ਼ ਕਰਦੇ ਆ ਸਾਨੂੰ ਕਿ ਭਾਈ ਗੁਰਮੁਖ ਪਿਆਰਿਆ, ਸੱਚੇ ਨਾਮ ਬਿਨ ਸਾਰਾ ਸੰਸਾਰ ਜਿਹੜਾ ਉਹ ਝੂਠਾ ਹੈ, ਔਰ ਉਹਦਾ ਆਉਣ ਜਾਣ ਵੀ ਝੂਠਾ ਹੈ। ਕਿਉਂਕਿ ਜੰਮਿਆ, ਮੰਨ ਲਓ ਜੰਮਿਆ ਸੀ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ, ਉਹ ਤਾਂ ਕੀਤਾ ਨਹੀਂ, ਵਾਪਸ ਚਲਾ ਗਿਆ, ਮ੍ਰਿਤੂ ਹੋ ਗਈ ਬਿਨਾਂ ਨਾਮ ਤੋਂ। ਕਹਿੰਦੇ ਵੀ ਦੁੱਖ ਹੀ ਦੁੱਖ ਲੱਗੇ ਇਹਨੂੰ, ਇਹ ਸਭ ਝੂਠ ਹੀ ਹੈ, ਤੂੰ ਝੂਠ ਇਕੱਠਾ ਕਰਕੇ ਲੈ ਗਿਆ ਇਸ ਸੰਸਾਰ ਤੋਂ। ਜਿੰਨਾ ਚਿਰ ਤੂੰ ਜਿਉਂਦਿਆਂ, ਜਿੰਨਾ ਜੰਮਿਆ ਫਿਰ ਮਰਿਆ, ਜਿੰਨਾ ਚਿਰ ਤੂੰ ਜਿਉਂਦਿਆਂ, ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਝੂਠਾ ਹੀ ਸੀ।
ਇਹਦਾ ਕੋਈ ਫਾਇਦਾ ਨਹੀਂ ਹੋਇਆ, ਇਹਦੀ ਕੋਈ ਸਫਲਤਾ ਨਹੀਂ ਮਿਲੀ, ਇਹਦੀ ਕੋਈ ਨਿਸ਼ਾਨੀ ਨਹੀਂ ਮਿਲੀ ਕਿ ਤੂੰ ਇਹ ਕਹਿ ਦੇ ਵੀ ਮੈਂ ਫਲਾਣੇ ਥਾਂ ਦੇ ਉੱਤੇ ਬੈਠ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਾਂ ਪਰਮਾਤਮਾ ਨੇ ਖੁਸ਼ੀ ਕਰਕੇ ਤੈਨੂੰ ਤੇਰੀ ਰੂਹ ਨੂੰ ਅਮਰ ਕਰ ਦਿੱਤਾ ਹੈ। ਨਹੀਂ, ਕਹਿੰਦੇ ਤੂੰ ਝੂਠਾ ਹੀ ਆਇਆ ਤੇ ਝੂਠਾ ਹੀ ਚਲਾ ਗਿਆ। ਆਉਣ ਜਾਣ ਝੂਠਾ ਹੈ, ਆਉਣ ਜਾਣ ਜਿਹੜਾ ਜੰਮਣ ਮਰਨ ਜਿਹੜਾ ਬੰਦੇ ਦਾ ਫਿਰ ਝੂਠਾ ਹੋ ਜਾਂਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਸਾਰੀ ਕਿਰਪਾ ਜਿਹੜੀ ਹੈ ਪਰਮਾਤਮਾ ਦੀ, ਪਰਮਾਤਮਾ ਇਸ ਨੂੰ ਜਾਣਦਾ ਹੈ। ਸਾਡੀ ਰੂਹ ਜੋ ਕਰਮ ਕਰਦੀ ਹੈ, ਚਾਹੇ ਉਹ ਕਿਤੇ ਵੀ ਹੋਵੇ, ਪਰਮਾਤਮਾ ਸਾਡੇ ਕੋਲੇ ਹੋਵੇ ਚਾਹੇ ਨਾ ਹੋਵੇ, ਜੋ ਕਰਮ ਰੂਹ ਸਾਡੀ ਕਰਦੀ ਹੈ ਪਰਮਾਤਮਾ ਦੀ ਅੱਖ ਉਸ ਨੂੰ ਦੇਖ ਰਹੀ ਹੈ। ਜਿੱਥੇ ਵੀ ਅਸੀਂ ਕੋਈ ਕਰਮ ਕਰੀਏ, ਭਾਵੇਂ 100 ਪਰਦਿਆਂ ਦੇ ਵਿੱਚ, ਗੁਰੂ ਸਾਹਿਬ ਨੇ ਕਿਹਾ 7 ਪਰਦਿਆਂ ਦੇ ਵਿੱਚ ਪਰਦਾਰਾ ਸੰਗ ਮਸਤ ਹੁੰਦੇ ਆ ਨਾ ਜਿਹੜੇ ਲੋਕ, ਉਹ ਵੀ ਪਰਮਾਤਮਾ ਉਹਨਾਂ ਨੂੰ ਜਾਣਦਾ ਹੈ, 7 ਪਰਦਿਆਂ ਵਾਲਿਆਂ ਨੂੰ ਵੀ। ਤੇ ਤੂੰ ਕਿਤੇ ਵੀ ਬੈਠ ਕੇ ਪਾਪ ਕਰ ਲੈ, ਪਰਮਾਤਮਾ ਤੈਨੂੰ ਜਾਣਦਾ। ਇੱਕ ਮੇਰੇ ਕਥਾ ਯਾਦ ਆ ਗਈ ਹੈ। ਇੱਕ ਮਹਾਂਪੁਰਸ਼ ਸੰਤ ਪੁਰਸ਼ ਸੀ, 2 ਚੇਲੇ ਉਹਨਾਂ ਦੇ ਕੁਛ ਦੇਰ ਸੇਵਾ ਕਰਦੇ ਰਹੇ। ਅਖੀਰ ਸੰਤ ਦੇ ਜਾਣ ਦਾ ਟਾਈਮ ਹੋਇਆ ਤੇ ਸੰਤ ਕਹਿਣ ਲੱਗਿਆ, ਭਾਈ ਗੁਰਮੁਖ ਪਿਆਰਿਓ, ਮੈਂ ਤੁਹਾਨੂੰ ਦੋਨਾਂ 'ਚੋਂ ਕਿਸੇ ਨੂੰ ਸੇਵਾ ਬਖਸ਼ਣੀ ਹੈ, ਪਰ ਇੱਕ ਕੰਮ ਕਰੋ, ਮੇਰਾ ਕੰਮ ਕਰਿਆਓ। ਕਹਿੰਦੇ ਮਹਾਰਾਜ ਦੱਸੋ ਸੱਚੇ ਪਾਤਸ਼ਾਹ ਕੀ ਗੱਲ ਹੈ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਸੰਤ ਪੁਰਸ਼ ਕਹਿਣ ਲੱਗੇ, ਭਾਈ ਆਹ 2 ਕਬੂਤਰ ਹੈ, ਆਹ ਇੱਕ ਤੂੰ ਲੈ ਲੈ ਤੇ ਇੱਕ ਤੂੰ ਲੈ ਲੈ। ਉਹਨਾਂ ਨੂੰ ਕਹਿੰਦਾ ਵੀ ਦੋਨੋਂ ਜਾਣੇ ਤੁਸੀਂ ਅੱਡ-ਅੱਡ ਰਸਤਿਆਂ 'ਤੇ ਚਲੇ ਜਾਓ, ਅੱਡ-ਅੱਡ ਥਾਵਾਂ 'ਤੇ ਚਲੇ ਜਾਓ, ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਕਰ ਲਿਓ, ਇਹ ਕਬੂਤਰ ਮਾਰ ਕੇ ਲਿਆ ਦਿਓ ਮੈਨੂੰ। ਹੁਣ ਦੋਨੋਂ ਚੱਲ ਪਏ। ਉਹਨੇ ਇੱਕ ਅਲੱਗ ਰਸਤਾ ਲੈ ਲਿਆ, ਉਹਨੇ ਇੱਕ ਅਲੱਗ ਰਸਤਾ ਲੈ ਲਿਆ। ਇੱਕ ਬੰਦਾ ਜਿਹੜਾ ਹਾਲੇ ਗੁਰੂ ਦੀ ਸ਼ਰਨ ਦੇ ਵਿੱਚ ਜ਼ਰੂਰ ਸੀ, ਗੁਰੂ ਦੀ ਸੇਵਾ ਵੀ ਕਰਦਾ ਸੀ, ਨਾਮ ਵੀ ਜਪਦਾ ਸੀ, ਸਭ ਕੁਝ ਕਰਦਾ ਸੀਗਾ, ਪਰ ਕੀ ਹੋਇਆ ਕਿ ਮਨ ਉਹਦਾ ਜਿਹੜਾ ਪਰਮਾਤਮਾ ਦੇ ਚਰਨਾਂ 'ਚ ਨਹੀਂ ਟਿਕਿਆ ਹੋਇਆ ਸੀ। ਮਨ ਜਿਹੜਾ ਹਾਲੇ ਸੰਸਾਰ ਦੇ ਵਿੱਚ ਹੀ ਸੀ। ਉਹਨੇ ਜੀ ਕੋਈ ਵੇਖਿਆ ਖੰਡਰ ਦੇ ਵਿੱਚ ਚਲਾ ਗਿਆ, ਟੁੱਟਿਆ ਜਾਂ ਮਹਿਲ ਸੀ ਕਿ ਉੱਥੇ ਜਾ ਕੇ ਲੁੱਕ ਕੇ ਤੇ ਉਹ ਕਬੂਤਰ ਦੀ ਮਰੋੜੀ ਧੌਣ, ਕਹਿੰਦਾ ਲੈ ਮੈਂ ਤਾਂ ਬਾਬਾ ਕਹਿੰਦਾ ਮਰਦਾ ਨਹੀਂ ਤੇ ਮੈਂ ਤਾਂ ਮਿੰਟ 'ਚ ਮਾਰ ਦੇਵਾਂਗਾ ਇਸ ਨੂੰ। ਉਹਨੇ ਜੀ ਧੌਣ ਮਰੋੜੀ ਤੇ ਮਾਰ ਕੇ ਤੇ ਸੰਤ ਮਹਾਂਪੁਰਸ਼ਾਂ ਦੇ ਕੋਲ ਲੈ ਆਇਆ। ਹਾਂ ਭਾਈ ਲੈ ਬਾਬਾ ਜੀ ਮੈਂ ਲੈ ਆਇਆ, ਮਾਰ ਦਿੱਤਾ ਮੈਂ ਤਾਂ ਆਪਣੇ ਆਪ ਨੂੰ, ਮੈਂ ਕਰੀ ਜਾਂਦਾ, ਮੈਂ ਤਾਂ ਮਾਰ ਦਿੱਤਾ। ਪਰ ਦੂਜਾ ਬੰਦਾ ਜਿਹੜਾ ਸੀ ਨਾ, ਉਹ ਜਿੱਥੇ ਜਾਵੇ ਉਹਨੂੰ ਇਹ ਸਮਝ ਆਵੇ ਵੀ ਇੱਥੇ ਭਾਵੇਂ ਮੈਨੂੰ ਕੋਈ ਨਹੀਂ ਦੇਖਦਾ ਪਰ ਪਰਮਾਤਮਾ ਤਾਂ ਜ਼ਰੂਰ ਦੇਖ ਰਿਹਾ ਹੈ, ਮੈਂ ਇਹਨੂੰ ਮਾਰਾਂ ਕਿਵੇਂ। ਗੁਰੂ ਮਹਾਂਪੁਰਸ਼ਾਂ ਨੇ ਕਿਹਾ ਵੀ ਜਿੱਥੇ ਕੋਈ ਦੇਖਦਾ ਨਾ ਹੋਵੇ ਉੱਥੇ ਮਾਰਨਾ ਹੈ। ਠੀਕ ਹੈ, ਸੰਸਾਰ ਦੇ ਲੋਕ ਤਾਂ ਨਹੀਂ ਦੇਖਦੇ ਪਰ ਪਰਮਾਤਮਾ ਤਾਂ ਮੈਨੂੰ ਦੇਖ ਰਿਹਾ ਹੈ, ਕਿਉਂਕਿ ਉਹਨੂੰ ਗਿਆਨ ਸੀ, ਪਰਮਾਤਮਾ ਦੀ ਕਿਰਪਾ ਸੀ ਉਸ ਦੇ ਉੱਤੇ, ਉਹਨੂੰ ਇਹ ਸਮਝ ਸੀ, ਉਹਨੂੰ ਇਹ ਮਤਲਬ ਜਿਹੜਾ ਕਿ ਐਸਾ ਗਿਆਨ ਸੀ ਕਿ ਪਰਮਾਤਮਾ ਜਿਹੜਾ ਉਹ ਸਰਬ ਸ੍ਰੇਸ਼ਟ ਹੈ ਔਰ ਉਹ ਅੰਤਰਜਾਮੀ ਹੈ, ਸਭ ਨੂੰ ਜਾਣਦਾ ਹੈ, ਸਭ ਨੂੰ ਪਛਾਣਦਾ ਹੈ, ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਅੰਦਰ ਦੀ ਗੱਲ ਵੀ ਜਾਣਦਾ ਉਹ। ਤੂੰ ਬੋਲ ਚਾਹੇ ਨਾ ਬੋਲ, ਜੋ ਤੇਰੇ ਜੀ ਦੇ ਵਿੱਚ ਸੋਚਿਆ ਨਾ ਕਿਸੇ ਪ੍ਰਤੀ ਤੂੰ ਦੁਸ਼ਟਤਾ ਹੀ ਸੋਚੀ ਹੈ, ਤੇ ਪਰਮਾਤਮਾ ਉਹ ਜਾਣਦਾ, ਤੇ ਪਰਮਾਤਮਾ ਤੇਰੇ ਖਾਤੇ ਦੇ ਵਿੱਚ ਉਹ ਦੋਸ਼ ਲਿਖ ਦੇਗਾ ਕਿ ਤੂੰ ਫਲਾਣੇ ਬੰਦੇ ਨਾਲ ਬੇਈਮਾਨੀ ਕੀਤੀ ਸੀ। ਇਸ ਤਰ੍ਹਾਂ ਨਾਲ ਉਹ ਜਿਹੜਾ ਬੱਚਾ ਸੀ ਨਾ, ਮਹਾਂਪੁਰਸ਼ਾਂ ਦਾ ਸੇਵਾਦਾਰ ਸੀਗਾ, ਬੜਾ ਗਿਆਨ ਵੀ ਵਾਹਿਗੁਰੂ ਦੀ ਕਿਰਪਾ ਨਾਲ ਸੀ। ਉਹ ਖੀਰ ਘੁੰਮ ਘੁਮਾ ਕੇ ਸਾਰੀ ਦਿਹਾੜੀ ਧੱਕੇ ਖਾਂਦਾ ਫਿਰਦਾ ਰਿਹਾ, ਕਬੂਤਰ ਨੂੰ ਨਾਲ ਲੈ ਕੇ ਬੁੱਕਲ 'ਚ ਐਂ ਕਰਕੇ ਫੜ ਲਿਆ, ਬੜਾ ਪਿਆਰ ਕਰੀ ਜਾਂਦਾ ਹੈ। ਅਖੀਰ ਸ਼ਾਮ ਨੂੰ ਮਹਾਂਪੁਰਸ਼ਾਂ ਕੋਲੇ ਆ ਗਿਆ, ਰੋਣ ਲੱਗ ਗਿਆ, ਸੱਚੇ ਪਾਤਸ਼ਾਹ ਬਾਬਾ ਜੀ ਮਹਾਂਪੁਰਸ਼ੋ ਮੈਂ ਇਹ ਕਬੂਤਰ ਨਹੀਂ ਮਾਰ ਸਕਦਾ ਗਾ। ਨਹੀਂ ਮਹਾਰਾਜ ਮੈਂ ਨਹੀਂ ਮਾਰ ਸਕਦਾ, ਆਹ ਲਓ ਤੁਸੀਂ ਆਪਦਾ ਕਬੂਤਰ ਲੈ ਲਓ, ਮੈਨੂੰ ਛੁੱਟੀ ਦਿਓ, ਮੈਂ ਕੋਈ ਗੱਦੀ ਮੈਨੂੰ ਨਹੀਂ ਚਾਹੀਦੀ, ਮੈਂ ਕਬੂਤਰ ਨਹੀਂ ਮਾਰ ਸਕਦਾ ਮਹਾਰਾਜ। ਰੋਣ ਲੱਗ ਗਿਆ। ਸੱਚੇ ਪਾਤਸ਼ਾਹ ਕੀ ਗੱਲ ਭਾਈ ਕਿਉਂ ਨਹੀਂ ਮਾਰ ਸਕਦਾ, ਦੱਸ ਤਾਂ ਸਹੀ। ਮਹਾਰਾਜ ਤੁਸੀਂ ਕਿਹਾ ਵੀ ਜਿੱਥੇ ਕੋਈ ਦੇਖਦਾ ਨਾ ਹੋਵੇ, ਤੇ ਸਾਰਾ ਸੰਸਾਰ ਤਾਂ ਭਾਵੇਂ ਮੈਨੂੰ ਨਹੀਂ ਦੇਖਦਾ, ਪਰ ਸੱਚੇ ਪਾਤਸ਼ਾਹ ਮੈਂ ਜਿੱਥੇ ਵੀ ਜਾਊਂਗਾ ਉੱਥੇ ਪ੍ਰਮਾਤਮਾ ਤਾਂ ਮੈਨੂੰ ਦੇਖਦਾ ਹੈ। ਰੋਣ ਲੱਗ ਗਿਆ, ਹੱਥ ਚਰਨਾਂ 'ਤੇ ਟੇਕ ਕੇ ਮਹਾਂਪੁਰਸ਼ਾਂ ਨੂੰ ਮਾफ़ੀ ਮੰਗੀ, ਮਹਾਂਪੁਰਸ਼ੋ ਕਿਰਪਾ ਕਰੋ ਮੈਨੂੰ ਬਖਸ਼ ਲਓ ਮਹਾਂਪੁਰਸ਼ੋ। ਸੰਤ ਕਹਿਣ ਲੱਗੇ, ਬੜੇ ਖੁਸ਼ ਹੋਏ, ਥਾਪੜਾ ਦਿੱਤਾ ਵਾਹਿਗੁਰੂ ਦੀ ਕਿਰਪਾ ਨਾਲ, ਜਾ ਬੇਟਾ। ਸੰਤ ਪੁਰਸ਼ ਨੇ ਐਸੀਆਂ ਖੁਸ਼ੀਆਂ ਕਰਕੇ ਉਸ ਨੂੰ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਆਪਣੇ ਕੋਲ ਸੀ, ਸਾਰਾ ਗਿਆਨ ਜਿਹੜਾ ਆਪਣੇ ਕੋਲ ਸੀ, ਸਾਰਾ ਜਿਹੜਾ ਨਾਮ ਦੀ ਬਖਸ਼ਿਸ਼ ਆਪਣੇ ਕੋਲ ਸੀ, ਉਸ ਬੱਚੇ ਨੂੰ ਦੇ ਦਿੱਤੀ ਔਰ ਉਸ ਨੂੰ ਕਹਿ ਦਿੱਤਾ, ਬੇਟਾ ਅੱਜ ਤੋਂ ਤੂੰ ਇਸ ਸਥਾਨ ਦਾ ਸੇਵਾਦਾਰ, ਮੁੱਖ ਸੇਵਾਦਾਰ ਤੂੰ ਹੈ। ਅੱਜ ਤੋਂ ਬਾਅਦ ਤੇਰੀ ਹੀ ਇਸ ਸੰਸਾਰ ਦੇ ਵਿੱਚ ਜੋ ਤੂੰ ਕਹੇਗਾ ਉਹ ਪ੍ਰਮਾਤਮਾ ਪੂਰੀ ਕਰੇਗਾ।
तो इस तरह की अवस्था जो साड़ी बनती है ना, तो गुरु साहब इत्थे हुण यही तुक कह रहे हैं सानू, आपे चतर स्वरूप है आपे जान सुजान। वो परमपिता परमात्मा आपे ही चतुर, चतुर मतलब सियाणा। चतुर एक तो संसार के चतुर लोग होंगे, सियाणे होंगे है, समझ गए, बाहली चलाकियां करते हैं, बाहलियां हुशियारियां करते हैं। वो इस तरह नहीं, वो चतुर ये है कि वो सारे पासों हर एक संसार के हर एक जीव की निगाह रखता है, संसार की पालना करता है, संसार नूं जानदा है कि ये की कर्म कर रहा है, वो कर्मां का लेखा भी उहदी निगाह दे विच है। इस करके वो चतुर है, सियाणा। आपे चतुर स्वरूप है, वो परमपिता परमात्मा स्वरूप भी है, जोत स्वरूप है, शब्द स्वरूप है, दिस है, भावें सानू नहीं दिसदा पर उन्हां अखां नाल जरूर दिसदा जिहड़े परमात्मा की शरण होकर परमात्मा नूं प्राप्त कर लैंदे, जिहड़े परमात्मा की भगती कर लैंदे आ, उन्हां नूं दिसदा है, साक्षात रूप दिसदा है। चाहे वह स्वरूप दे विच दिसे, चाहे वह जोत स्वरूप दे विच दिसे, चाहे वह शब्द स्वरूप दे विच दिसे, चाहे वह अनहद रूप अनहद धुन शब्द दे विच दिसदा है। तो गुरु साहब कहते हैं आपे जान सुजान। वो परमपिता परमात्मा आप ही जानदा सारा कुछ, और आप ही चंगी तरह नाल सुजान भी है, मतलब सारिया जानकारियां उसनूं प्राप्त है। परमात्मा दे कोलों कोई बंदा भी अपने कर्म नूं नहीं लुका सकता, कोई बंदा अपनी सोच विचार नूं नहीं लुका सकता। जो विचार असीं सोच रहे हैं परमात्मा उहनूं भी जानदा है। तो साध संगत जी इन्नियां विचारां करते हुए दास अगे अगे गुरु साहब बख्शिश करते हैं, जो आवे, अगला बंद है 43वां, जो आवे से जाहे फुन आए गए पछताहे, 184 मेदनी कटे न बदे उताह, से जाने उबरे जिन हर पाया, तंदा मुआ विगूती माया, जो दिसै सो चालसी किसको मीत करे ओ, जियो संपो अपना तन मन आगै देओ, अस्थिर करता तू तणी तिस ही की मैं ओट, गुण की मारी हौ मुई शब्द रती मन चोट। ਹੁਣ ਇਸ ਬੰਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਬਹੁਤ ਗੂੜੇ ਗਿਆਨ ਦੀ ਗੱਲ ਹੈ ਕਿ ਇਹ ਰੂਹ ਨੂੰ ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ, ਗੁਰਬਾਣੀ ਸੁਣੀ ਜਾਂਦੀ ਹੈ, ਸੁਣੀ ਇਸ ਤਰ੍ਹਾਂ ਜਾਣੀ ਚਾਹੀਦੀ ਹੈ ਕਿ ਮੰਨ ਲਈ ਜਾਵੇ, ਗੁਰਬਾਣੀ ਨੂੰ ਮੰਨ ਲਿਆ ਜਾਵੇ, ਤੇ ਫਿਰ ਗੁਰੂ ਦੀ ਕਿਰਪਾ ਜਿਹੜੀ ਆ ਬਹੁਤ ਜਲਦੀ ਪ੍ਰਾਪਤ ਹੋ ਜਾਂਦੀ ਹੈ। ਹੁਣ ਇੱਥੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹੈ, ਜੋ ਆਵੇ ਸੇ ਜਾਹ ਹੁਣ ਆਏ ਗਏ ਪਛਤਾਹੇ। ਕਹਿੰਦੇ ਵੀ ਇਸ ਸੰਸਾਰ ਦੇ ਉੱਤੇ ਜੋ ਰੂਹ ਆਉਂਦੀ ਹੈ, ਜੋ ਮਨ ਆਉਂਦਾ, ਜੋ ਮਨੁੱਖ ਆਉਂਦਾ, ਜੋ ਬੰਦਾ ਇਹ ਸਰੂਪ ਧਾਰਨ ਕਰਦਾ ਹੈ ਸੰਸਾਰ ਦੇ ਉੱਤੇ, ਤੇ ਗੁਰੂ ਸਾਹਿਬ ਕਹਿੰਦੇ ਆ ਫੁਨ ਆਏ ਗਏ, ਫਿਰ ਆਉਂਦਾ ਹੈ ਫਿਰ ਜਾਂਦਾ ਹੈ, ਔਰ ਇਸ ਤਰ੍ਹਾਂ ਦੇ ਨਾਲ ਇਹ ਆਉਣ ਜਾਵਣ ਜਿਹੜਾ ਹੈ ਉਸ ਦਾ ਪਛਤਾਵਾ ਇੱਕ ਲੱਗਿਆ ਰਹਿੰਦਾ ਹੈ, ਪਛਤਾਤਾਪ ਲੱਗਿਆ ਰਹਿੰਦਾ ਉਸ ਨੂੰ, ਆਉਂਦਾ ਹੈ ਜਾਂਦਾ ਹੈ, ਆਉਂਦਾ ਜਾਂਦਾ ਹੈ, ਇਹ ਜੀਵਨ ਦਾ ਚੱਕਰ ਹੈ। ਮਤਲਬ ਕਦੇ ਕਿਸੇ ਜੂਨ ਦੇ ਵਿੱਚ ਆ ਗਿਆ, ਕਦੇ ਕਿਸੇ ਜੂਨ ਦੇ ਵਿੱਚ ਆ ਗਿਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ 184 ਮੇਦਨੀ ਘਟੇ ਨਾ ਵਧੇ ਉਤਾਹੇ, ਜੋ ਕਰਮ ਕੀਤਾ ਹੈ ਉਸਨੇ, ਤੇ ਇਹ 184 ਜੂਨੀਆਂ ਜਿਹੜੀਆਂ ਨਾ ਮੇਦਨੀ ਭਾਵ ਜੀਵ, ਪਰਬਤ ਪੌਦੇ ਬਨਸਪਤ, ਇਹ ਸਾਰੀਆਂ ਮੇਦਨੀ ਜਿਹੜੀ ਹੈ ਇਹ ਜੀਵ ਹੁੰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ 184 ਮੇਦਨੀ ਹੈ, ਨਾ ਇਹ ਘਟਦੀ ਹੈ ਨਾ ਵੱਧਦੀ ਹੈ, ਜੋ ਸਾਡੇ ਕਰਮ ਦੇ ਵਿੱਚ ਲਿਖੀ ਗਈ ਹੈ ਉਹ ਭੋਗਣੀ ਪੈਣੀ ਹੈ। ਸੇ ਜਾਣ ਉਬਰੇ ਜਿਨ ਹਰ ਪਾਇਆ, ਕਹਿੰਦੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਗੁਰਮੁਖ ਪਿਆਰੇ, ਉਹ ਜਨ ਜਿਨ੍ਹਾਂ ਨੇ परमात्मा की शरण हो के परमात्मा का नाम सिमरन करना शुरू करता, परमात्मा नाल अपनी सुरती जोड़ ली, परमात्मा नाल लिव जोड़ ली और परमात्मा नूं ही मन लिया। तो गुरु साहब कहते हैं छे जाने उबरे जे जिन हर पाया, जिन्होंने परमात्मा मिठा लगन लग गया, परमात्मा उन्होंने चंगा लगन लग गया, भावना दे विच परमात्मा ही उन्होंने सर्वश्रेष्ठ लगन लग गया, परमात्मा ही उन्होंने करता लगन लग गया, परमात्मा ही सर्व कला समर्थ जो उन्होंने समझ आ गई ना, तो गुरु साहब कहते हैं वो इस जूनी चों, ये माया की जूनी जी है, संसार की जूनी जी है, मात लोक की जूनी है जी, इस चो
ਇਹਦਾ ਜਿਹੜਾ ਨਾ ਉਭਾਰਾ ਹੋ ਜਾਂਦਾ, ਭਾਵ ਇਹਨੂੰ ਜਿਹੜਾ ਸੰਸਾਰੀ ਲੋਕਾਂ ਨੂੰ ਆਵਣ ਜਾਣ ਲੱਗਦਾ, ਇਹਨੂੰ ਆਵਣ ਜਾਣ ਜਿਹੜਾ ਹੈ ਨਾ ਜੂਨੀਆਂ ਦਾ, ਇਹ ਖਤਮ ਹੋ ਜਾਂਦਾ, ਇਹ ਉੱਭਰ ਜਾਂਦਾ ਹੈ। ਉੱਭਰ ਕੇ ਭਾਵ ਕਿ ਪ੍ਰਮਾਤਮਾ ਦੇ ਚਰਨਾਂ 'ਚ ਬੈਠ ਕੇ ਪ੍ਰਮਾਤਮਾ ਦੇ ਦਰਸ਼ਦਾਰੇ ਕਰਦਾ ਔਰ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਇਸ ਤਰ੍ਹਾਂ ਉੱਭਰਦਾ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਹੈ ਧੰਦਾ ਮੂਆ ਵਿਗੂਤੀ ਮਾਇਆ। ਫਿਰ ਇਹੋ ਜਿਹੇ ਬੰਦੇ ਦਾ ਧੰਦਾ ਹੀ ਖਤਮ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨਾ ਫਲਾਨਾ ਕੰਮ ਕਰਦੇ, ਉਹ ਕਹਿੰਦਾ ਮੈਂ ਕੀ ਕਰਨਾ, ਮਾਇਆ ਇਕੱਠੀ ਕਰਕੇ, ਮਾਇਆ ਕਿਹੜਾ ਨਾਲ ਜਾਣੀ ਹੈ, ਮੈਂ ਤਾਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ, ਮੈਂ ਪ੍ਰਮਾਤਮਾ ਦੀ ਭਗਤੀ ਕਰੂੰਗਾ ਬੈਠ ਕੇ 2 ਮਿੰਟ ਜਿਹੜੀ ਵਾਹਿਗੁਰੂ ਵਾਹਿਗੁਰੂ ਮੇਰੇ ਤੋਂ ਹੁੰਦਾ, ਮੈਂ ਨਹੀਂ, ਮੈਨੂੰ ਫਲਾਣੇ ਕੰਮ 'ਚ ਪੈਸੇ ਬਣ ਜਾਣਗੇ, ਲੋਕ ਲਾਲ ਜਾਂਦੇ ਆ, ਵਾਲੇ ਬਣ ਜਾਣਗੇ। ਉਹ ਕਹਿੰਦਾ ਨਹੀਂ, ਮੈਨੂੰ ਕੋਈ ਲੋੜ ਨਹੀਂ ਗੀ, ਮੈਨੂੰ ਪ੍ਰਮਾਤਮਾ ਚੰਗਾ ਹੈ। ਇਸ ਤਰੀਕੇ ਨਾਲ ਧੰਦਾ ਖਤਮ ਹੋ ਜਾਂਦਾ ਹੈ। ਵਿਗੂਤੀ ਮਾਇਆ ਜਿਹੜੀ ਉਹਦੇ ਆਸੇ ਪਾਸੇ ਖਿਲਰੀ ਹੋਈ ਹੈ ਨਾ, ਉਹ ਵੀ ਵਿਗੁੱਚ ਜਾਂਦੀ ਹੈ, ਭਾਵ ਉਹ ਖਤਮ ਹੋ ਜਾਂਦੀ ਹੈ, ਉਹ ਨਸ਼ਟ ਹੋ ਜਾਂਦੀ ਆ। ਉਹਦੇ ਮਨ ਦੇ ਵਿੱਚ ਇਹ ਮਾਇਆ ਆਉਂਦੀ ਨਹੀਂ ਹੈ, ਭਾਵ ਸੰਸਾਰ ਤੋਂ ਉਹ ਨਾਤਾ ਟੁੱਟ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ। ਔਰ ਸਿਰਫ ਸੁਰਤੀ ਜਿਹੜੀ ਆ ਉਹਦੀ ਇੱਕ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਲਿਵ ਜੋੜ ਕੇ ਪਰਮਾਤਮਾ ਦਾ ਧਿਆਨ ਧਰਦੀ ਰਹਿੰਦੀ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜੋ ਦਿਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ। ਉਹਨੂੰ ਇਹ ਗਿਆਨ ਹੋਣਾ ਹੋ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ, ਜੋ ਬੰਦੇ ਦੇਖ ਰਹੇ हैं, कोई राजे है, कोई महाराजे है, कोई सेठ है, कोई बलवान है, कोई पलवान है, कोई भी बंदा ज्ञानी है, विद्वान है। कहते भी जो दिस है संसार दे विच बिल्डिंग महल मनारे संसार दे विच जो सानू दिस रहा है, गुरु साहब कहते हैं भी ये सारा तो चलण वाला है, खत्म होने वाला है। ਜਿਹੜੀਆਂ ਅਸੀਂ ਬਿਲਡਿੰਗਾਂ ਅਸੀਂ ਬਹੁਤ ਵਾਰੀ ਕਹਿੰਦੇ ਹਾਂ, ਅਸੀਂ ਫਲਾਣੇ ਥਾਂ 'ਤੇ ਜੀ ਫਲਾਨੀ ਥਾਂ ਅਸੀਂ ਬਿਲਡਿੰਗ ਵੇਖ ਕੇ ਆਉਣੀ, ਅਸੀਂ ਤਾਜ ਮਹਿਲ ਦੇਖ ਕੇ ਆਉਣਾ ਜੀ, ਅਸੀਂ ਦਿੱਲੀ ਜਾਣਾ ਫਲਾਣਾ ਕੁਛ ਦੇਖਣਾ ਜੀ, ਅਸੀਂ ਫਲਾਣਾ ਕੁਛ ਦੇਖਣਾ ਜੀ। ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਵੀ ਜੋ ਦਿਸਦਾ ਹੈ ਨਾ ਤੁਹਾਨੂੰ, ਇਹ ਸਾਰਾ ਤਾਂ ਖਤਮ ਹੋ ਜਾਣਾ। ਬਿਲਡਿੰਗਾਂ ਨੇ ਪਤਾ ਨਹੀਂ ਕਿਵੇਂ ਢਹਿ ਜਾਣਾ, ਕਦੋਂ ਢਹਿ ਜਾਣਾ ਹੈ, 1 ਮਿੰਟ ਲੱਗਦਾ ਹੈ। ਪਰਮਾਤਮਾ ਦੀ ਜੇ ਨਿਗਾਹ ਜਿਹੜੀ ਹੈ ਇਸ ਤਰ੍ਹਾਂ ਦੀ ਹੋ ਜਾਵੇ ਕਿ ਉਹ ਸਾਰਿਆਂ ਨੂੰ ਢਾਉਣਾ ਚਾਹਵੇ, ਤੇ ਉਹ ਇੱਕ ਕਸ਼ਣ ਦੇ ਵਿੱਚ ਇਹ ਬਿਲਡਿੰਗਾਂ ਜਿਹੜੀਆਂ ਮਿੰਟ 'ਚ ਖਤਮ ਕਰ ਦਿੰਦਾ ਹੈ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਪਰਮਾਤਮਾ ਕੋਲੇ ਬਲ ਹੈ ਇੰਨਾ ਕਿ ਜੋ ਤੁਸੀਂ ਬੰਦੇ ਨੇ ਉਹ 10 ਸਾਲਾਂ ਦੇ ਵਿੱਚ ਬਣਾਇਆ ਜਾਂ 50 ਸਾਲਾਂ ਦੇ ਵਿੱਚ ਬਣਾਇਆ, ਤੇ ਪਰਮਾਤਮਾ ਚਾਹਵੇ ਤੇ ਉਹ ਸਾਰੇ ਹੋਏ ਮਹਿਲਾਂ ਨੂੰ, ਤਾਜ ਮਹਿਲ ਨੂੰ ਵੀ ਜਾਂ ਕਿਸੇ ਹੋਰ ਨੂੰ ਵੀ ਜਾਂ ਕਿਸੇ ਵੀ ਵੱਡੀਆਂ ਵੀ ਕੁਤਬ ਮੀਨਾਰਾਂ ਜਾਂ ਫਲਾਨੀਆਂ ਅਸੀਂ 7 ਅਜੂਬੇ ਕਹਿੰਦੇ ਹਾਂ, ਮਿੰਟ 'ਚ ਢਾਹ ਸਕਦਾ ਹੈ। ਤੇ ਜੇ ਰੱਖੇ ਤੇ ਗੁਰੂ ਸਾਹਿਬ ਕਹਿੰਦੇ, ਇੱਕ ਵਿਚਾਰ ਮੈਂ ਪੜ੍ਹਿਆ ਹੋਇਆ ਹੈ, ਮੀਨਾਰ ਕੁਤਬ ਮੀਨਾਰ ਜਿਹੜੀ ਹੈ ਨਾ ਐਂ ਕਰਕੇ ਟੇਢੀ ਹੋਈ ਵੀ ਹੈ। ਹੋਰ ਵੀ ਕਈ ਬਿਲਡਿੰਗਾਂ ਟੇਢੀਆਂ ਹੋਈਆਂ, ਪਰ ਉਹ ਉਵੇਂ ਦੀਆਂ ਉਵੇਂ ਸਾਲਾਂ ਤੋਂ ਖੜੀਆਂ ਹੈ। ਬਾਬੇ ਬਟਾਲੇ ਦੀ ਕੰਧ ਜਿਹੜੀ ਹੈ, ਕੱਚੀ ਕੰਧ ਜਿਹਦੇ ਥੱਲੇ ਬਾਬਾ ਜੀ ਬੈਠਾ ਸੀ, ਉਹ ਕੰਧ ਅੱਜ ਵੀ ਪ੍ਰਬੰਧਕਾਂ ਨੇ ਕੁਛ ਥੋੜ੍ਹੀ ਜਿਹੀ ਸੰਭਾਲ ਕੇ ਰੱਖ ਰੱਖੀ ਆ। ਪਰ ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਵਿਵਾਹ ਤੋਂ ਬਾਅਦ ਉਹ ਕੰਧ ਜਿਹੜੀ ਆ ਅੱਜ ਤੱਕ ਕਾਇਮ ਹੈ। ਪਰ ਉਹ ਦੇਖਣ ਵਾਲੇ ਕਹਿੰਦੇ ਆ ਕਿ ਉਹ ਥੋੜ੍ਹੀ ਜਿਹੀ ਝੁਕੀ ਹੋਈ ਹੈ, ਟੇਢੀ ਹੈ, ਪਰ ਉੱਥੇ ਦੀ ਉੱਥੇ ਖੜੀ ਆ, ਉਹ ਡਿੱਗਦੀ ਨਹੀਂ ਹੈ। ਜੇ ਪ੍ਰਮਾਤਮਾ ਦੀ ਕਿਰਪਾ ਹੋਵੇ, ਜੇ ਪ੍ਰਮਾਤਮਾ ਦਾ ਬਲ ਹੋਵੇ, ਪ੍ਰਮਾਤਮਾ ਚਾਹਵੇ ਤੇ ਮਿੰਟ 'ਚ ਢਾਹ ਦੇਵੇ, ਪ੍ਰਮਾਤਮਾ ਚਾਹਵੇ ਤੇ ਜਿਹੜੀ ਟੇਢੀ ਹੋਈ ਹੈ, ਡਿੱਗਣ ਵਾਲੀ ਆ, ਉਹਨੂੰ ਵੀ ਖੜੀ ਰੱਖ ਸਕਦਾ ਜ਼ਿੰਦਗੀ ਭਰ। ਇਵੇਂ ਜੇਕਰ ਸਾਡੀ ਰੂਹ ਨੂੰ ਪ੍ਰਮਾਤਮਾ ਚਾਹਵੇ ਤੇ ਮਿੰਟ 'ਚ ਆਪਣੇ ਚਰਨਾਂ 'ਚ ਜੋੜ ਸਕਦਾ ਹੈ, ਔਰ ਮਿੰਟ 'ਚ ਚਾਹਵੇ ਤੇ ਇਹਨੂੰ ਮ੍ਰਿਤੂ ਦੇ ਕੇ ਤੇ ਕਾਲ ਦੇ ਮੂੰਹ 'ਚ ਸਿੱਟ ਸਕਦਾ ਹੈ। ਧਰਮਰਾਜ ਦੇ ਜਾ ਕੇ ਇਹਦਾ ਲੇਖਾ ਹੁੰਦਾ ਹੈ। ਐਸੀਆਂ ਅਵਸਥਾਵਾਂ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹੈ, ਜੋ ਦਿਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ। ਇਸ ਸੰਸਾਰ ਦੇ ਵਿੱਚ ਅਸੀਂ ਕਿਸ ਨੂੰ ਮਿੱਤਰ ਬਣਾਈਏ? ਕੋਈ ਮਿੱਤਰ ਨਹੀਂ ਸਾਡਾ। ਇਹਨਾਂ ਨੇ ਅੱਜ ਇਹਦੇ ਨਾਲ ਅਸੀਂ ਯਾਰੀ ਪਾਈ ਹੈ, ਕੱਲ੍ਹ ਨੂੰ ਉਸਨੇ ਮਰ ਜਾਣਾ। ਕੱਲ੍ਹ ਮੈਨੂੰ ਇੱਕ ਬੰਦਾ ਗੱਲ ਕਰ ਰਿਹਾ ਸੀ, ਸਾਡਾ ਮਿੱਤਰ ਜੀ ਪਤਾ ਨਹੀਂ 2 ਦਿਨ ਹੋ ਗਏ ਲੱਭਦਾ ਨਹੀਂ ਗਾ, ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਆਤਮ ਹੱਤਿਆ ਕਰ ਲੈਂਦਾ ਹੈ, ਕੋਈ ਗੱਡੀ ਥੱਲੇ ਆ ਜਾਂਦਾ, ਕੋਈ ਨਹਿਰ 'ਚ ਡਿੱਗ ਪੈਂਦਾ, ਤੇ ਮਿੱਤਰਤਾ ਉਹ ਸਾਡੀ ਕੀ ਕਰੂਗੀ ਉੱਥੇ? ਸਾਡੀ ਤਾਂ ਉਹ ਮਿੱਤਰਤਾ ਬੇਕਾਰ ਹੋ ਗਈ। ਸਾਡੇ ਮਿੱਤਰ ਕਰਨ ਦਾ ਕੀ ਫਾਇਦਾ ਹੋਇਆ? ਗੁਰੂ ਸਾਹਿਬ ਕਹਿੰਦੇ ਕਿਹਨੂੰ ਮਿੱਤ ਕਰੀਏ, ਕਿਹਨੂੰ ਮਿੱਤਰ ਬਣਾਈਏ? ਤੇ ਗੁਰੂ ਸਾਹਿਬ ਇੱਕ ਹੀ ਗੱਲ ਦੱਸਦੇ ਹੈ, ਪਰਮਾਤਮਾ ਨੂੰ ਮਿੱਤਰ ਬਣਾਉਣਾ ਅਸੀਂ। ਤੇ ਗੁਰੂ ਸਾਹਿਬ ਕੀ ਕਹਿੰਦੇ ਹੈ, ਜੀਓ ਸੰਪੋ ਆਪਣਾ। ਪਰਮਾਤਮਾ ਮਿੱਤਰ ਕਿਵੇਂ ਬਣੇਗਾ? ਆਪਣਾ ਜੀ ਜਿਹੜਾ ਹੈ, ਆਪਣੀ ਰੂਹ ਜਿਹੜੀ, ਮਨ ਜਿਹੜਾ ਹੈ, ਉਹਨੂੰ ਪਰਮਾਤਮਾ ਨੂੰ ਸੌਂਪ ਦਿਓ। ਜੀਓ ਸੰਪੋ ਆਪਣਾ, ਤਨ ਮਨ ਆਗੇ ਦਿਓ। ਤਨ ਜਿਹੜਾ ਹੈ ਉਹ ਵੀ ਪਰਮਾਤਮਾ ਦੇ ਚਰਨਾਂ 'ਚ ਲਾ ਦਿਓ। ਗੁਰੂ ਘਰ ਆਵੇ, ਗਰੀਬਾਂ ਦੀ ਸੇਵਾ ਕਰੇ, ਗੁਰੂ ਘਰ ਦੀ ਸੇਵਾ ਕਰੇ, ਗੁਰੂ ਦਰ ਦੀ ਸੇਵਾ ਕਰੇ, ਗੁਰੂ ਬਾਣੀ ਦੀ ਸੇਵਾ ਕਰੇ, ਗੁਰੂ ਨਾਮ ਦਾ ਸਿਮਰਨ ਕਰੇ, ਤੇ ਹਮੇਸ਼ਾ ਆਪਣੀ ਸੁਰਤੀ ਨੂੰ ਪਰਮਾਤਮਾ ਦੇ ਚਰਨਾਂ 24 ਘੰਟੇ ਸਾਥ ਸਿਮਰੋ ਗੋਬਿੰਦ। ਇਸ ਤਰ੍ਹਾਂ ਨਾਲ ਪਰਮਾਤਮਾ ਦੀ ਜਦੋਂ ਸਿਮਰਨਾ ਕਰੀਏ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਭਾਈ ਉਹ ਤਨ ਵੀ ਸੁੱਚਾ ਹੋ ਜਾਂਦਾ ਹੈ। ਤੇ ਜਦੋਂ ਮਨ ਨੂੰ ਅਸੀਂ ਪਰਮਾਤਮਾ ਨੂੰ ਸੌਂਪਤਾ ਤੇ ਤਨ ਪਹਿਲਾਂ ਹੋ ਜਾਂਦਾ। ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬ ਦੇ ਆ ਕੇ ਮੱਥਾ ਟੇਕਦੇ ਹਾਂ
मन तो साडा नीवा हुंदा ही हुंदा है, असीं मत्था सिर झुकाउने हैं, पर साडा तन भी जिहड़ा सारा वो परमात्मा के चरनां दे विच सौंपिया जांदा है। ते कहंदे भी इस तरह नाल परमात्मा नूं तन भी ते मन भी जिहड़ा है परमात्मा दे अगे सौंप दिओ, फिर परमात्मा की प्राप्ति होएगी। अपनी मैं छड्ड दिओ, हौमे छड्ड दिओ, सब कुछ खत्म कर दिओ, मैं कुछ नहीं हाँ। सच्चे पातशाह मेरे हथ खड़े है, आ फड़ लै मेरी बांह, तू अपनी बांह परमात्मा नूं फड़ा दिओ। तो फिर गुरु गोबिंद सिंह जी ने कहा, बांह फड़े की बांह गहे की लाज अस गोबिंद दास तुहार। ऐसी अवस्था बना लो सच्चे पातशाह, मेरी लाज रखी, मैं तेनों बांह फड़ाई है, बस तू ही है मेरा सब कुछ सवारन वाला। तो फिर सानू फिक्र कोई नहीं रहिंदा, साडी चिंता उस परमपिता परमात्मा नूं हो जाती है। तो साध संगत जी इस तरह के नाल गुरु साहब सानू अगे बख्शिश करते हैं, अस्थिर करता तू धनी तिस ही की मैं ओट। हे परमपिता परमात्मा, उस गुरमुख रूह नूं ज्ञान हो जाती है जिहड़ी अपने आप नूं परमात्मा नूं सौंप दिंदी है कि अस्थिर जिहड़ा है भाव सदा रहने वाला परमपिता परमात्मा एक ही है। सारे संसार दे विच जो कुछ भी बनया है, कुछ भी बनया, चाहे चंद सूरज तारे बने हैं, आकाश बने हैं, तारा मंडल बनया, नक्षत्र बने हैं, धरती बनी है, समुंदर बने हैं, सारे खत्म होने वाले है। सिर्फ रहेगा तो सब कुछ खत्म हो जाएगा। रहेगा एक परमपिता परमात्मा, दूजा रहेगा जिस बंदे ने, जिस रूह ने परमपिता परमात्मा का नाम सिमरन करके परमात्मा नाल मिलन कर लिया, वो रूह रहेगी। तीजा परमात्मा का नाम रहेगा, परमात्मा रहेगा, परमात्मा का नाम रहेगा। जो परमात्मा का नाम सिमरन करके रूह परमात्मा नूं प्राप्त करती है, ये परमात्मा दे ही अंश है, तिन्ने ये रहणगे। परमात्मा रहेगा, सदा सदा रहन वाला है। आद सच जुगाद सच है, भी सच नानक होसी भी सच। वो सदा ही रहेगा, सदा सच है, सदा रहेगा। ये गुरु साहब बख्शिश करते हैं। हुण अगे की करते हैं, गुण की मारी हौ मूई शब्द रती मन चोट। तो गुरु साहब कहते हैं जदों ये रूह ने गुण प्राप्त कर ले ना, तो गुणा की मारी हुई जी ये रूह जी है फिर हौमे नहीं करती गी, मैं नहीं करती, मर जाती है। भाव मर की जाती है, शब्द के उत्ते मर जाती है। और परमात्मा के नाम शब्द की प्राप्ति करके नाम सिमरन करती हुई परमात्मा के चरणों 'च अपनी लिव जोड़ लैंदी है, सुरती परमात्मा नाल जोड़ लैंदी है। तो फिर उत्थे परमात्मा की किरपा नाल नाम सिमरन करदिया होया तिथे सुरत, साडी सुरत जिहड़ी है, मन, ये सच जिहड़े है, ये मतलब साडी सुरत जिहड़ी है, ये मन जिहड़ा है, ये घड़िया जान। इस तरह के नाल गुरु साहब कहते हैं भी मैं उस रूह नूं ये पता लग जाता है भी मैं हुण परमात्मा दे ओट हो गई हाँ, तो परमात्मा की शरण हो गई हाँ, तो मैं परमात्मा का नाम सिमरन करती हुई मन ते चोट जो लगती है ना शब्द की, तो ਉਹਦੇ नाल ये रूह जिहड़ी है ये परमपिता परमात्मा नूं समर्पित हो जाती है। और गुणां की मारी हुई जिहड़ी है ये सिर्फ परमपिता परमात्मा तो इलावा संसार का कोई भी प्यार नहीं करती, संसार का कोई भी ध्यान नहीं करती, संसार की कोई भी मिहनत मुथाजी नहीं करती। संसार नूं त्याग करके तो सिर्फ परमपिता परमात्मा नाल अपनी सुरती जोड़ के तिथे घड़ी है सुरत मत मन बुद्ध साड़ी ये अवस्था बन जाती है। और ये रूह जिहड़ी है शुद्ध हो जाती है, निर्मल हो जाती है। तो फिर कबीर साहब कहते हैं, कबीर मन निर्मल भया जैसे गंगा नीर, पाछै लागो हर फिरै कहत कबीर कबीर। तो फिर साध संगत जी साडी रूह दे मगर भी परमपिता परमात्मा आवाज़ मारेगा कि फलानी रूह कित्थे है भाई, परमात्मा साडी रूह नूं लभेगा, मेरी प्यारी रूह कित्थे है। और रूह जदों परमात्मा के चरणों 'च जाती है उहदा सत्कार हुंदा है, परमात्मा उसनूं जी आया आखदा है, देवते उसते फुल्लां दी वर्षा करते हैं, उहदे जय जयकार करते हैं। इन्ना वडियाई हुंदी है उस परमपिता परमात्मा के द्वारे दे उत्ते इस रूह की कि इसका कोई हिसाब नहीं है। और ये रूह जिहड़ी है आनंदित होके प्रफुल्लित होके अमर अजर अचर अमर अजर अवस्था नूं प्राप्त हो जाती है। और ये फिर कदे जिउंदी मरदी नहीं है, इसदा आवागमन जिहड़ा 84 लाख जूनियां दा वो कट्टिया जाता है। और ये परमात्मा के द्वारा राणा राओ न को रहे रंग न तुंग फकीर, वारी आपो अपनी कोई न बंदै तीर, राह बुरा पी हावला सर डूगर असगाह, मैं तने अवगण झूर मुई बिन गुण क्यों कर जाह।
ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਿਨ ਗੁਣੀਆਂ ਗੁਣ ਲੈ ਪ੍ਰਭ ਮਿਲੇ क्यों तिन मिलो प्यार तिन ही जैसी थी रहा जप हृदय मुरार जप जप हृदय मुरार अवगुणी भरपूर है गुण पी वसै नाल बिन सतगुर गुण ना जापणी जिचर शब्द ना करे विचार। तो साध संगत जी इस शब्द दे विच बहुत गहराई वाली गल सानू समझाई है गुरु साहब ने। गुरु साहब कहते हैं राणा राओ न कोर है रंग न तुंग फकीर वारी आपो अपनी कोई न बंदै तीर। कहते भी इस संसार दे विच चाहे कोई परमात्मा की किरपा नाल राणा अपने जोर नाल कोई नहीं बनता राजा, परमात्मा की किरपा नाल वो राजा बन भी गया है तो कहते भी वो राणा और राओ राओ कहते उस तो राणे तो थोड़ा जिहा छोटा हुंदा है। को ना को रहे ना राजा रहेगा ना राय रहेगा, भाव उस तो राजे तो छोटा कोई। रंग ना तुंग फकीर, जे फकीर भी रंग वाले है तो पहुँच वाले है तो गुरु साहब कहते रहना उन्होंने भी फकीरां ने भी जाना है। इस संसार दे विच जो आया है सो चल सी। गुरु साहब कहते हैं ना असी जो दिसै सो चाल सी किसको मीत करे हो। कहते भी सारिਆਂ ने जाना है, ना राणा रहना है तो ना राय रहना है तो ना कोई रंग वाला। परमात्मा की रूह जिहड़ी है फकीर है, जिहड़ी पहुंची हुई हस्ती है वो रहनी है। कहते भी जदों किसी दी परमात्मा ने जिन्ने सांसां की पूंजी दिती हुई है जदों वो खत्म हो जाएगी उदों उसकी वारी आ जाएगी तो वारी आपो अपनी। फिर जान लग्या किसी ने धीर नहीं बननी, किसी ने यह नहीं कहना मैं ठहर के जाऊँगा। परमात्मा के हुक्म नाल जिसनों हुक्म आ गया साह खत्म हो गया उन्होंने जाना ही पैना है। वो काल के वस च पै गया है। काल उसनों वो परमात्मा के द्वारे के उत्ते उसका हिसाब करने वास्ते लेके जाएगा। धर्मराज उसका हिसाब करेगा और जो सज़ा उसके कर्मां की लगेगी वो लगेगी। गुणियाँ गुण ले प्रभ मिले। कहते दूजे पासे जे गुणा वाली रूह जिहड़ी है गुण लैके अपनी गुणा की पंड बन के गुणा की गठड़ी बन के अपने नाल लै जा रही है। गुरु साहब बख्शिश कर रहे हैं भी गुणियाँ गुण ले प्रभ मिले। गुणियाँ गुण लैके प्रभ मिल जाता है, परमात्मा नाल मिल जाता है। क्यों तिन मिलो प्यार ते असी उस नूं किहड़े प्यार नाल किवें मिलीए कि उसने परमपिता परमात्मा की प्राप्ति कर ली है। असी उसका सत्कार करिए, उसकी वडियाई करिए, असी उसके ज्ञान नूं, असी उसके ध्यान नूं, असी उसकी बख्शिश नूं और असी उसके जिहड़े उसने कर्म कीते हुए है उन्होंने ध्यान रख के किन्ना क सत्कार करिए कि उसका जिहड़ा वो सानू भी बख्शिश हो जाए, सानू भी परमात्मा खुश होवे। उहदे दर्शन कीते हैं। गुरु साहब कहते हैं वारी कोई न बंदे तीर राह बुरा पिहावड़ा सर डूगर असगाह। गुरु साहब बख्शिश करते हैं भी ये जिहड़ा धर्मराज के द्वारे ते जाना जिहड़ा है ना राह जिहड़ा बड़ा डूंगर, डूंगर मतलब उच्ची चढ़ाई वाला, पहाड़ जिड्डी उच्ची चढ़ाई वाला। सर बड़ा पिहावला कहते डराउणे नूं, बुरा पिहावला सर डूगर असगाह। पहाड़ जिवें किते तो उच्ची चढ़ाई करनी पैंदी है, किते थल्ले आ जाईदा डूंगा हो जाता है। तो इस तरह के नाल ये जमां दा रस्ता जिहड़ा ना धर्मराज के द्वारे ते लैके जांदे है जिस रूह नूं जम, ये बहुत पिहावला है, मतलब डर वाला भयानक है। बड़ा कष्ट चलना पैंदा, बड़े दुख चलने पैंदे। इत्थे पानी भी नहीं मिलता तो जे पानी की घुट कोई रूह मंग भी लवे ना तो जम कहते भी जगाती दे, पहला तू पैसे दे, सानू रिश्वत दे तो फिर तेनों पानी पियावांगे एक घुट। ऐसा रास्ता है, मतलब रूह तड़फती जाती है, रूह घसीटती जाती है, रूह नूं बड़े कष्ट हुंदे है। तो गुरु साहब कहते हैं ये ऐसा भी है रास्ता कि वो पहाड़ की चढ़ाई भी चढ़नी पैंदी है और थल्ले भी डिगना, डूंगे डूंगे थावां विच दी टप के भी जाना पैंदा है। ऐसी अवस्था है। गुरु साहब कहते हैं भी मैं तन अवगुण चूरमई। फिर मैनू जो ये गल समझ आई ना तो रूह जिहड़ी है ये कहती है कि मैनू
ਮੇਰੇ ਤਨ ਦੇ ਵਿੱਚ ਤਾਂ ਔਗਣ ਹੀ ਔਗਣ ਭਰੇ ਹੋਏ ਆ। ਮੈਂ ਤਾਂ ਕਦੇ ਨਾਮ ਸਿਮਰਿਆ ਹੀ ਨਹੀਂ ਪਰਮਾਤਮਾ ਦਾ, ਮੈਂ ਤਾਂ ਗੁਣ ਕਦੇ ਖੱਟੇ ਹੀ ਨਹੀਂ, ਮੈਂ ਤਾਂ ਕਿਸੇ ਦੀ ਸੇਵਾ ਨਹੀਂ ਕੀਤੀ, ਮੈਂ ਤਾਂ ਕਿਸੇ ਨੂੰ ਪਿਆਰ ਹੀ ਨਹੀਂ ਕੀਤਾ, ਮੈਂ ਕਿਸੇ ਦਾ ਸਤਿਕਾਰ ਹੀ ਨਹੀਂ ਕੀਤਾ। ਤੇ ਗੁਰੂ ਸਾਹਿਬ ਕਹਿੰਦੇ ਆ ਮੈਂ ਤਨ ਅਵਗੁਣ ਝੂਰ ਮੋਈ, ਮੈਂ ਝੂਰ ਝੂਰ ਮਰ ਗਈ। ਮਤਲਬ ਕਿ ਮੇਰੇ ਨਾਲ ਕੀ ਹੋਏਗਾ, ਮੇਰੇ 'ਚ ਤਾਂ ਔਗਣ ਹੀ ਔਗਣ ਹੈ, ਮੇਰੇ 'ਚ ਤਾਂ ਗੁਣ ਕੋਈ ਨਹੀਂ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਬਿਨ ਗੁਣ ਕਿਉਂ ਕਰ ਜਾਹੇ, ਤੇ ਗੁਣ ਮੇਰੇ 'ਚ ਹੈ ਨਹੀਂ, ਤੇ ਮੈਂ ਗੁਣਾਂ ਦੇ ਬਿਨਾਂ ਪ੍ਰਮਾਤਮਾ ਦੇ ਘਰ ਕਿਵੇਂ ਜਾ ਸਕਦੀ ਹਾਂ। ਮੈਂ ਆਪਣੇ ਘਰ ਤਾਂ ਵਾਪਸ ਹੀ ਨਹੀਂ ਜਾ ਸਕਦੀ। ਜਿੱਥੋਂ ਇਹ ਰੂਹ ਆਈ ਹੈ ਪ੍ਰਮਾਤਮਾ ਦੇ ਚਰਨਾਂ 'ਚੋਂ, ਪ੍ਰਮਾਤਮਾ ਦੀ ਜੋਤ 'ਚੋਂ ਵੱਖ ਹੋ ਕੇ ਮਾਤਲੋਕ ਦੇ ਵਿੱਚ ਆਈ ਹੈ, ਔਰ ਫਿਰ ਵਾਪਸ ਇਸਨੇ ਨਾਮ ਸਿਮਰਨ ਕਰਕੇ ਪ੍ਰਮਾਤਮਾ ਦੀ ਜੋਤ ਦੇ ਵਿੱਚ ਮਿਲਨ ਕਰਨਾ ਹੈ। ਇਹ ਘਰ ਵਾਪਸ ਜਾਣਾ ਹੈ ਇਸ ਰੂਹ ਨੇ, ਜਿਹੜੇ ਘਰ 'ਚੋਂ ਆਈ ਹੈ, ਪ੍ਰਮਾਤਮਾ ਦੇ ਘਰ 'ਚੋਂ ਆਈ ਹੈ, ਤੇ ਨਾਮ ਸਿਮਰਨ ਕਰੇ ਤੇ ਪ੍ਰਮਾਤਮਾ ਦੇ ਘਰ 'ਚ ਜਾਣਾ ਹੈ ਇਸਨੇ। ਪਰ ਜਦੋਂ ਇਹ ਨਾਮ ਸਿਮਰਨ ਨਹੀਂ ਕਰਦੀ, ਔਗੁਣ ਖੱਟ ਲੈਂਦੀ ਹੈ, ਤੇ ਪ੍ਰਮਾਤਮਾ ਦੇ ਘਰੇ ਤੇ ਜਾ ਨਹੀਂ ਸਕਦੀ। ਜਦੋਂ ਇਹ ਰੂਹ ਨੂੰ ਸਮਝ ਆਉਂਦੀ ਹੈ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਗੁਣੀਆਂ ਗੁਣ ਲੈ ਪ੍ਰਭ ਮਿਲੇ। ਗੁਣਾਂ ਵਾਲੀ ਰੂਹ ਜਿਹੜੀ ਹੈ ਨਾ, ਜੇ ਕੋਈ ਗੁਣ ਲੈ ਕੇ ਪ੍ਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰੇ ਤੇ ਫਿਰ ਮਿਲ ਸਕਦਾ ਹੈ। ਪ੍ਰਭ ਮਿਲੇ ਕਿਉਂ ਤਿਨ ਮਿਲੋ ਪਿਆਰ। ਤੇ ਉਹਨਾਂ ਗੁਰਮੁਖ ਰੂਹਾਂ ਨੂੰ ਅਸੀਂ ਕਿਹੜੇ ਪਿਆਰ ਨਾਲ ਮਿਲੀਏ ਕਿ ਇਹ ਗੁਰਮੁਖ ਰੂਹਾਂ ਨੇ ਉਹਦਾ ਸਤਿਕਾਰ ਕਰੀਏ। ਇਹਨੇ ਨਾਮ ਸਿਮਰਨ ਕੀਤਾ, ਇਹ ਗੁਣਾਂ ਦੀ ਪ੍ਰਾਪਤੀ ਕੀਤੀ ਹੈ, ਇਹਨੇ ਸਿਮਰਨ ਕੀਤਾ ਹੈ, ਇਹਨੇ ਲਿਵ ਪ੍ਰਮਾਤਮਾ ਨਾਲ ਜੋੜੀ ਹੈ, ਇਹਨੇ ਮਤਲਬ ਪ੍ਰਮਾਤਮਾ ਤੋਂ ਬਖਸ਼ਾਂ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਦਰਸ਼ਦਾਰੇ ਕੀਤੇ ਹੋਏ ਹੈ। ਅਸੀਂ ਕੀ ਸਤਿਕਾਰ ਕਰੀਏ ਉਸ ਦਾ। ਤੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਹੈ ਤਿਨ ਹੀ ਜੈਸੀ ਥੀ ਰਹਾ ਜਪ ਜਪ ਹਿਰਦੇ ਮੁਰਾਰ। ਹੁਣ ਉਹ ਰੂਹ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਮੈਂ ਇਹਨਾਂ ਹੀ ਗੁਰਮੁਖ ਪਿਆਰਿਆਂ ਵਰਗੀ ਜੇ ਕਿਤੇ ਬਣ ਜਾਵਾਂ ਨਾ, ਤੇ ਉਹਨੂੰ ਸਮਝ ਆਉਂਦੀ ਆ ਵੀ ਕਿਵੇਂ। ਤੇ ਗੁਰੂ ਸਾਹਿਬ ਕਹਿੰਦੇ ਆ ਜਪ ਜਪ ਹਿਰਦੇ ਮੁਰਾਰ। ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਸਿਮਰ ਸਿਮਰ ਕੇ, ਮੁਰਾਰ ਦਾ ਨਾਮ ਹਿਰਦੇ ਵਿੱਚ ਸਿਮਰ ਸਿਮਰ ਕੇ ਕਹਿੰਦੇ ਮੈਂ ਇਹਨਾਂ ਵਰਗੀ ਬਣ ਜਾਵਾਂ। ਹੇ ਪਰਮਪਿਤਾ ਪਰਮਾਤਮਾ ਮੇਰੇ 'ਤੇ ਕਿਰਪਾ ਕਰੀ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਅਵਗੁਣੀ ਭਰਪੂਰ ਹੈ ਗੁਣ ਵੀ ਵਸੈ ਨਾਲ। ਜਿੰਨੀਆਂ ਵੀ ਇਹ ਦੇਹਾਂ ਸਾਡੀਆਂ, ਰੂਹਾਂ ਸਾਡੀਆਂ ਹੈ, ਜਿੰਨੇ ਵੀ ਬੰਦੇ ਹੈ, ਜਿੰਨੇ ਵੀ ਮਨੁੱਖ ਹੈ, ਉਹਨਾਂ ਦੇ ਵਿੱਚ ਜੇ ਅਵਗੁਣ ਹੁੰਦੇ ਆ ਨਾ, ਜੇ 50 ਅਵਗੁਣ ਹੈ ਤੇ 2 ਗੁਣ ਵੀ ਉਹਨਾਂ ਦੇ ਕੋਲੇ ਹੁੰਦੇ ਹੈ। ਗੁਰੂ ਸਾਹਿਬ ਕਹਿੰਦੇ ਆ ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ। ਕੁਛ ਗੁਣ ਵੀ ਉਹਨਾਂ ਦੇ ਵਿੱਚ ਹੁੰਦੇ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਬਿਨ ਸਤਿਗੁਰ ਗੁਣ ਨਾ ਜਾਪਣੀ। ਗੁਣ ਹੈ ਸਾਡੇ ਅੰਦਰ ਹੀ, ਪਰ ਜਦੋਂ ਸਤਿਗੁਰੂ ਦੀ ਸ਼ਰਨ ਹੋ ਕੇ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਾਂਗੇ, ਉਦੋਂ ਸਾਡੇ ਅੰਦਰ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਵਾਲੇ ਗੁਣ ਧਰਮ ਦਇਆ ਸੱਚ ਸੰਤੋਖ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ ਆਪਣੇ ਆਪ ਹੀ ਗੁਰੂ ਦੀ ਕਿਰਪਾ ਨਾਲ। ਤੇ ਫਿਰ ਗੁਰੂ ਕਹਿੰਦੇ ਆ ਇਹ ਬਿਨ ਸਤਿਗੁਰੂ ਦੇ ਗੁਣਾਂ ਦੀ ਜਾਪਣੀ ਜਿਹੜੀ ਹੈ, ਜਪਣਾ ਜਿਹੜਾ ਹੈ, ਗੁਣਾਂ ਦੀ ਧਾਰਨਾ ਜਿਹੜੀ ਹੈ, ਗੁਣਾਂ ਦਾ ਗ੍ਰਹਿਣ ਕਰਨਾ ਜਿਹੜਾ ਹੈ, ਇਹ ਨਹੀਂ ਹੋਏਗਾ ਜਿਚਰ ਸ਼ਬਦ ਨਾ ਕਰੇ ਪਿਆਰ। ਜਿੰਨਾ ਚਿਰ ਪਰਮਾਤਮਾ ਦਾ ਨਾਮ ਗੁਰੂ ਤੋਂ ਲੈ ਕੇ ਸਾਡੇ ਵਿੱਚ ਵਿਧਾਨ ਹੈ, ਸਾਡੇ ਸੰਸਾਰ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ 5 ਪਿਆਰਿਆਂ ਦੀ ਸ਼ਰਨ ਹੋ ਕੇ ਇਹ ਸਾਡੀ ਦੇਹ ਜਿਹੜੀ ਹੈ, ਸਾਡੀ ਰੂਹ ਜਿਹੜੀ ਹੈ, ਬੰਦਾ ਜਿਹੜਾ ਹੈ, ਇਹ ਪਰਮਾਤਮਾ ਦੇ ਨਾਮ ਅੰਮ੍ਰਿਤ ਸ਼ਬਦ ਦੀ ਪ੍ਰਾਪਤੀ ਕਰਦਾ ਹੈ, ਅੰਮ੍ਰਿਤ ਛਕਦਾ ਹੈ, ਜਿਹਨੂੰ ਅਸੀਂ ਅੰਮ੍ਰਿਤ ਛਕਣਾ ਕਹਿੰਦੇ ਹਾਂ। ਤੇ ਉਦੋਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਵੀ ਜਦੋਂ ਇਹ ਅੰਮ੍ਰਿਤ ਛਕ ਲਈ ਜਾਂਦਾ ਹੈ, ਉਦੋਂ ਫਿਰ ਇਹ ਜੋ ਸ਼ਬਦ ਸਾਨੂੰ ਸਿਮਰਨ ਕਰਨ ਵਾਸਤੇ ਮਿਲਿਆ ਹੋਇਆ ਹੈ, ਵਾਹਿਗੁਰੂ ਵਾਹਿਗੁਰੂ ਜਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ, ਜਾਂ ਇਸ ਤੋਂ ਅੱਗੇ ਵੀ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਾਂ 5 ਪਿਆਰੇ ਸਾਨੂੰ ਇਹ ਦੱਸਦੇ ਆ ਭਾਈ ਗੁਰਮੁਖ ਪਿਆਰਿਓ, ਜਿੱਥੇ ਵੀ ਗੁਰਬਾਣੀ ਤੁਸੀਂ ਪੜ੍ਹੋਗੇ ਨਾ, ਇੱਕੋ ਓਂਕਾਰ ਤੋਂ ਲੈ ਕੇ 18 10 20 ਤੱਕ ਸਾਰੀ ਦੀ ਸਾਰੀ ਬਾਣੀ ਹੀ ਪਰਮਾਤਮਾ ਦਾ ਨਾਮ ਹੈ। ਹੁਣ ਅਸੀਂ ਕੀ ਕਰਦੇ ਹਾਂ ਕਿ ਸਭ ਤੋਂ ਸੌਖਾ ਨਾਮ ਹੈ ਵਾਹਿਗੁਰੂ, ਇਸ ਕਰਕੇ ਅਸੀਂ ਵਾਹਿਗੁਰੂ ਵਾਹਿਗੁਰੂ ਜ਼ਿਆਦਾ ਸਿਮਰਨ ਕਰਦੇ ਹਾਂ। ਕਈ ਮਹਾਂਪੁਰਸ਼ ਮੂਲ ਮੰਤਰ ਦਾ ਜਾਪ ਕਰਦੇ ਹੈ, ਕਈ ਮਹਾਂਪੁਰਸ਼ ਗੁਰ ਮੰਤਰ ਦਾ ਜਾਪ ਕਰਦੇ ਆ। ਜਿੰਨਾ ਕਿ ਜਿਸ ਕਿਸੇ ਨੂੰ ਸੌਖਾ ਲੱਗਦਾ, ਕੋਈ ਜਪਜੀ ਸਾਹਿਬ ਦਾ ਜਾਪ ਕਰਦਾ ਹੈ। ਇਹ ਸ਼ਬਦ ਹੈ, ਇਹ ਸ਼ਬਦ ਦਾ ਜਦੋਂ ਅਸੀਂ ਵਿਚਾਰ ਕਰਾਂਗੇ ਨਾ, ਉਦੋਂ ਸਾਡੇ ਅੰਦਰ ਗੁਣਾਂ ਦੀ ਪ੍ਰਾਪਤੀ ਹੋ ਜਾਏਗੀ। ਪਰਮਾਤਮਾ ਸਾਡੇ ਗੁਰੂ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਉੱਤੇ ਮਿਹਰਬਾਨ ਹੋ ਕੇ ਸਾਨੂੰ ਬਖਸ਼ਾਂ ਦੇ ਦੇਗਾ, ਸਾਨੂੰ ਖੁਸ਼ੀਆਂ ਦੇ ਦੇਗਾ, ਸਾਨੂੰ ਆਨੰਦ ਦੇ ਦੇਗਾ, ਸਾਨੂੰ ਜਿਹੜੇ ਆਵਾਗਮਨ ਜਿਹੜਾ 84 ਲੱਖ ਜੂਨੀਆਂ ਦਾ ਸਾਡਾ ਉਹ ਕੱਟ ਦੇਗਾ, ਸਾਡੇ ਦੁੱਖ ਕਲੇਸ਼ ਮਿਟ ਜਾਣਗੇ। ਗੁਰੂ ਸਾਹਿਬ ਇਹ ਸਾਨੂੰ ਬਖਸ਼ਿਸ਼ ਕਰਦੇ ਕਿ ਜਦੋਂ ਸਾਡੇ ਅਣਹੱਦ ਧੁਨ ਵੱਜਣੀ ਸ਼ੁਰੂ ਹੁੰਦੀ ਹੈ ਨਾ, ਤੇ ਗੁਰੂ ਸਾਹਿਬ ਨੇ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦੇ ਵਿੱਚ 40ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕੀਤੀ ਹੋਈ ਹੈ। ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ
उतरे सगल वसूरे, दुख रोग संताप उतरे, सुनी सच्ची बाणी, संत साजन पैस रसे, पूरे गुर ते जानी, सुनते पुनीत कहते पवित, सतगुर रहा भरपूरे, बिनवंत नानक गुर चरण लागे, वाजे अणहद तूरे। ਤੇ ਇੱਥੇ ਵੀ ਸਤਿਗੁਰ ਸਾਨੂੰ ਇਹੀ ਗੱਲ ਬਖਸ਼ਿਸ਼ ਕਰ ਰਹੇ ਹੈ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਚਰ ਸ਼ਬਦ ਨਾ ਕਰੇ ਪਿਆਰ। ਹੁਣ ਸ਼ਬਦ ਦੇ ਨਾਲ ਜਦੋਂ ਪਿਆਰ ਹੋ ਜਾਂਦਾ ਨਾ, ਸਾਡੇ ਅਣਹੱਦ ਧੁਨ 10ਵੇਂ ਦੁਆਰ ਦੇ ਵਿੱਚ ਵੱਜਣੀ ਸ਼ੁਰੂ ਹੋ ਜਾਂਦੀ ਹੈ, ਕੰਨਾਂ ਦੁਆਰਾ ਸੁਣੀ ਜਾਂਦੀ ਹੈ। ਜਦੋਂ ਅਣਹੱਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਸਾਡਾ ਮਨ ਜਿਹੜਾ ਮੋਰ ਦੀ ਤਰ੍ਹਾਂ ਨੱਚਣਾ ਸ਼ੁਰੂ ਹੋ ਜਾਂਦਾ। ਜਿਵੇਂ ਮੋਰ ਬੱਦਲ ਦੇਖ ਕੇ ਨੱਚਦਾ ਹੈ, ਇਸੇ ਤਰ੍ਹਾਂ ਸਾਡੀ ਰੂਹ ਵੀ ਜਿਹੜੀ ਹੈ ਉਹ ਆਨੰਦਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਬਖਸ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਮਾਤਮਾ ਦੀ ਕਿਰਪਾ ਉਸ ਨੂੰ ਮਿਲ ਜਾਂਦੀ ਹੈ, ਪ੍ਰਮਾਤਮਾ ਦੇ ਦਰਸ਼ਦਾਰੇ ਉਸ ਨੂੰ ਮਿਲ ਜਾਂਦੇ ਹੈ। ਅਤੇ ਇਸ ਤਰ੍ਹਾਂ ਦੇ ਨਾਲ ਉਹ ਰੂਹ ਜਿਹੜੀ ਹੈ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ, ਉਸ ਦਾ ਸੁੱਖਾਂ ਦੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਸੁੱਖ ਆਨੰਦ ਪਰਮਾਨੰਦ ਇਹ ਉਹ ਰੂਹ ਮਾਣਦੀ ਹੋਈ ਮਤਲਬ ਜਿਹੜੀ ਹੈ ਸਾਰੀਆਂ ਦੁੱਖਾਂ ਭੁੱਖਾਂ ਇਹ ਸ਼ਬਦ ਜਿਹੜਾ ਹੈ ਇਹ ਰੂਹ ਦੀਆਂ ਖਤਮ ਕਰ ਦਿੰਦਾ ਹੈ। ਔਰ ਸਦਾ ਨਾਮ ਸਿਮਰਨ ਕਰਨ ਦਾ ਬਲ ਜਿਹੜਾ ਹੈ, ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਨ ਦਾ ਬਲ ਆਪ ਹੀ ਪਰਮਾਤਮਾ ਕਿਰਪਾ ਕਰਕੇ ਆਪ ਹੀ ਉਸ ਰੂਹ ਤੋਂ ਜਪਾਉਣਾ ਸ਼ੁਰੂ ਕਰ ਦਿੰਦਾ ਹੈ, ਆਪ ਹੀ ਉਸ ਰੂਹ 'ਤੇ ਕਿਰਪਾ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਆਪ ਹੀ ਬਖਸ਼ਾਂ ਕਰਕੇ ਆਪਣੇ ਦੁਆਰੇ 'ਤੇ ਬੁਲਾ ਲੈਂਦਾ ਹੈ। ਇਹ ਸਾਰੇ ਦਾ ਸਾਰਾ ਕਰਮ ਜਦੋਂ ਸਾਡੀ ਰੂਹ ਪਰਮਾਤਮਾ ਨੂੰ ਸਮਰਪਿਤ ਹੋ ਜਾਂਦੀ ਹੈ, ਬਾਕੀ ਸਾਰੇ ਦਾ ਸਾਰਾ ਕਰਮ ਜਿਹੜਾ ਉਹ ਪਰਮਾਤਮਾ ਆਪ ਹੀ ਕਰਦਾ ਹੈ, ਆਪ ਹੀ ਆਪਣੀ ਰੂਹ ਨੂੰ ਖੁਸ਼ੀਆਂ ਬਖਸ਼ ਕੇ ਨਿਹਾਲ ਕਰ ਦਿੰਦਾ ਹੈ। ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।